ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਆਪ ਸਾਰਿਆਂ ਦਾ ਗੁਰਮਤ ਆਨਲਾਈਨ ਕਲਾਸ ਵਿੱਚ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਸਾਰੇ ਵੀਰ ਭੈਣਾਂ ਮਿਲ ਕੇ ਕਰ ਰਹੇ ਹਾਂ ਔਰ ਜਪਜੀ ਸਾਹਿਬ ਰਾਹੀਂ ਅਸੀਂ ਜੀਵਨ ਜੁਗਤ ਸਮਝਣ ਦੀ ਟਰਾਈ ਕਰਦੇ ਹਾਂ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਮ ਮਨੁੱਖ ਮਾਤਰ ਵਾਸਤੇ ਇੱਕ ਗੋਲ ਦਿੱਤਾ ਗਿਆ ਹੈ, ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਣਾ ਹੈ। ਕਿਉਂਕਿ ਸਾਡੀ ਸਾਰੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਸਿਰਫ ਕੂੜ ਕਰਕੇ ਨੇ, ਝੂਠ ਕਰਕੇ ਨੇ। ਤੇ ਜੇ ਸਾਡੇ ਅੰਦਰੋਂ ਕੂੜ ਦੀ, ਝੂਠ ਦੀ ਦੀਵਾਰ ਟੁੱਟ ਜਾਏ ਤਾਂ ਬੰਦਾ ਰੱਬ ਵਰਗਾ ਹੋ ਸਕਦਾ ਹੈ। ਜਿੰਨੀਆਂ ਵੀ ਦੀਵਾਰਾਂ ਨੇ ਮਨੁੱਖਤਾ ਦੇ ਵਿੱਚ, ਚਾਹੇ ਉਹ ਜਾਤੀਵਾਦ ਦੀਆਂ ਨੇ, ਮੇਰ ਤੇਰ ਦੀਆਂ ਹਨ, ਜਾਂ ਉਹ ਪਾਪ ਅਪਰਾਧ ਦੀਆਂ ਨੇ, ਇਹ ਸਾਰੀਆਂ ਦੀਵਾਰਾਂ ਟੁੱਟ ਸਕਦੀਆਂ ਨੇ। ਜਿਵੇਂ ਅਸੀਂ 2 ਮਿੰਟ ਪਹਿਲਾਂ ਆਪ ਵਿਚਾਰ ਕਰ ਰਹੇ ਸੀ ਦਵਾਈਆਂ ਵਾਸਤੇ ਗੁਰੂ ਨਾਨਕ ਸਾਹਿਬ ਮੋਦੀਖਾਨਾ ਦੀ, ਤਾਂ ਜੇਕਰ ਇਹ ਵੇਖਿਆ ਜਾਏ ਤਾਂ ਕਿੱਡੀ ਵੱਡੀ ਲੁੱਟ ਖਸੁੱਟ ਹੈ। ਤਾਂ ਜਿਹੜਾ ਜੀਵਨ, ਜੇਕਰ ਬੰਦਾ ਸਚਿਆਰ ਹੋ ਜਾਏ ਤਾਂ ਇਹ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ। ਧਰਮ ਦੇ ਨਾਮ ਦੇ ਉੱਤੇ ਬਹੁਤ ਸਾਰੇ ਐਸੇ ਕਰਮਕਾਂਡ ਕੀਤੇ ਜਾਂਦੇ ਸਨ, ਅੱਜ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਧਰਮ ਦੇ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਉਹ ਅਸੀਂ ਜਪਜੀ ਸਾਹਿਬ ਜੀ ਦੀਆਂ ਆਰੰਭਕ ਪੌੜੀਆਂ ਵਿੱਚ ਵਿਚਾਰ ਆਏ ਹਾਂ। ਤੇ ਸਚਿਆਰ ਹੋਣ ਵਾਸਤੇ ਇੱਕੋ ਹੀ ਸਾਧਨ ਹੈ, ਤੇ ਉਹ ਸਾਧਨ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਰਜਾ ਦੇ ਅੰਦਰ ਤੁਰਨਾ, ਕੁਦਰਤ ਦੇ ਨੇਮਾਂ ਨੂੰ ਸਮਝਣਾ ਔਰ ਰੱਬੀ ਭਾਣੇ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ। ਜੇ ਅਸੀਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਜੋ ਵੇ ਆਫ ਲਾਈਫ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ, ਗੁਰਬਾਣੀ ਰਾਹੀਂ ਉਸ ਵੇ ਆਫ ਲਾਈਫ ਨੂੰ ਅਪਣਾ ਲੈਣਾ, ਯਾਨੀ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ। ਤਾਂ ਕੱਲ ਤੱਕ ਅਸੀਂ 36 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 37ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਕੱਲ ਅਸੀਂ ਵਿਚਾਰਿਆ ਸੀ ਸਰਮਖੰਡ ਕੀ ਬਾਣੀ ਰੂਪ, ਕਿ ਜਦੋਂ ਬੰਦਾ ਮਿਹਨਤ ਕਰਦਾ ਹੈ, ਗਿਆਨ ਦੇ ਰਾਹਾਂ ਤੇ ਤੁਰਦਾ ਹੈ, ਘਾਲਣਾ ਘਾਲਦਾ ਹੈ, ਤਾਂ ਇਹਦੇ ਜੀਵਨ ਦੇ ਅੰਦਰ ਸੁੰਦਰਤਾ ਪੈਦਾ ਹੁੰਦੀ ਹੈ। ਭਾਵ ਇਹਦੀ ਮਾਨਸਿਕਤਾ ਸੁੰਦਰ ਹੋ ਜਾਂਦੀ ਹੈ, ਇਹਦੀ ਬੋਲ ਬਾਣੀ ਸੁਧਰ ਜਾਂਦੀ ਹੈ, ਇਹਦਾ ਬੌਧਿਕ ਵਿਕਾਸ ਹੁੰਦਾ ਹੈ, ਆਤਮਿਕ ਤਲ ਤੇ ਬੰਦਾ ਮਹਾਨ ਹੋ ਜਾਂਦਾ ਹੈ, ਇਹਦਾ ਵਿਹਾਰ ਬੜਾ ਸੋਹਣਾ ਹੋ ਜਾਂਦਾ ਹੈ, ਇਹਦੀ ਸੋਚ ਬੜੀ ਸੋਹਣੀ ਹੋ ਜਾਂਦੀ ਔਰ ਇੰਨਾ ਸੁੰਦਰ ਸੋਚ ਵਾਲਾ ਇਹ ਇਨਸਾਨ ਹੋ ਜਾਂਦਾ ਹੈ ਕਿ ਇਹਦੀ ਉੱਚਤਾ ਨੂੰ, ਇਹਦੀ ਉੱਚੀ ਅਵਸਥਾ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੋ ਜਾਂਦਾ। ਹੁਣ ਅਗਲਾ ਬਚਨ ਹੈ ਕਰਮ ਖੰਡ ਕੀ ਬਾਣੀ ਜੋਰ। ਕਰਮ ਸ਼ਬਦ ਜੇ ਅਸੀਂ ਫਾਰਸੀ ਦਾ ਲਵੀਏ ਤਾਂ ਉਹਦਾ ਮਤਲਬ ਹੁੰਦਾ ਹੈ ਕਿਰਪਾ। ਜੇ ਕਰਮ ਹਿੰਦੀ ਜਾਂ ਸੰਸਕ੍ਰਿਤ ਦਾ ਲਿਆ ਜਾਏ ਤੇ ਕਰਮ ਦਾ ਮਤਲਬ ਹੈ ਕੰਮ। ਇਹਦੇ ਬਾਰੇ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਰੱਬ ਦਾ ਹਰ ਕੰਮ ਹੀ ਕਿਰਪਾ ਬਣ ਜਾਂਦੀ ਹੈ, ਕਿਉਂਕਿ ਉਹਦੇ ਪਿੱਛੇ ਰੱਬ ਦੀ ਕੋਈ ਆਪਣੀ ਲੋੜ ਨਹੀਂ, ਤਮਾ ਨਹੀਂ। ਬਿਨਾਂ ਤਮੇ ਤੋਂ ਉਹ ਰੱਬ ਸਾਨੂੰ ਦੇ ਰਿਹਾ ਹੈ, ਕੁਦਰਤ ਸਾਨੂੰ ਸਭ ਕੁਝ ਦੇਈ ਜਾ ਰਹੀ ਹੈ। ਤੇ ਇੱਥੇ ਖੰਡ ਦਾ ਮਤਲਬ ਹੈ ਹਿੱਸਾ। ਹਿੱਸੇ ਦਾ ਮਤਲਬ ਸਾਡੀ ਉਹ ਜੀਵਨ ਦੀ ਅਵਸਥਾ ਜਿਹਦੇ ਵਿੱਚ ਅਸੀਂ ਪਹਿਲਾਂ ਵਿਚਾਰਿਆ ਸੀ ਕਿ ਧਰਮ ਯਾਨੀ ਫਰਜ਼ਾਂ ਨੂੰ ਜਦੋਂ ਅਸੀਂ ਪੂਰੇ ਕਰਦੇ ਹਾਂ ਤਾਂ ਉਹਦੇ ਵਿੱਚ ਸੱਚ ਦੇ ਆਧਾਰ ਤੇ ਬਣਾ, ਮਨੁੱਖੀ ਫਰਜ਼ਾਂ ਨੂੰ ਅਸੀਂ ਪੂਰਾ ਕਰਦੇ ਹਾਂ ਸੱਚ ਨੂੰ ਆਧਾਰ ਬਣਾ ਕੇ, ਤਾਂ ਉਹ ਸਾਡੇ ਧਰਮ ਵਾਲਾ ਜੀਵਨ ਹੁੰਦਾ ਹੈ। ਫਰਜ਼ਾਂ ਨੂੰ ਪੂਰੀਆਂ ਕਰਨ ਦੇ ਨਾਲ ਅਸੀਂ ਸਚਿਆਰ ਹੁੰਦੇ ਹਾਂ, ਸੱਚ ਨੂੰ ਆਧਾਰ ਬਣਾ ਕੇ। ਅਗਲੀ ਅਸੀਂ ਕਰਮ ਹੈ ਗਿਆਨ ਖੰਡ, ਗਿਆਨ ਵਾਲੀ ਅਵਸਥਾ, ਗਿਆਨ ਦੀ ਅਵਸਥਾ ਵਿੱਚ ਕੀਤੇ ਹੋਏ ਕਰਮ। ਉੱਥੇ ਬੰਦਾ ਕਿੰਨੀਆਂ ਸਾਰੀਆਂ ਖੋਜਾਂ ਕਰਦਾ ਹੈ, ਗਿਆਨ ਦੀ ਵਿਸ਼ਾਲਤਾ ਹੁੰਦੀ ਹੈ, ਇਹਨੂੰ ਕਾਮਨ ਸੈਂਸ ਮਿਲਦੀ ਹੈ, ਵਿਵੇਕ ਬੁੱਧ ਮਿਲਦੀ ਹੈ ਔਰ ਗਿਆਨ ਦੇ ਚਾਨਣੇ ਦੇ ਅੰਦਰ ਅਨੰਤ ਕਰਮ ਕਰਦਾ ਇਹ ਪਾਪਾਂ ਵਿਕਾਰਾਂ ਤੋਂ ਦੂਰ ਹੁੰਦਾ ਹੋਇਆ ਰੱਬੀ ਰਹਿਮਤ ਦਾ ਪਾਤਰ ਬਣਦਾ ਹੈ, ਸਚਿਆਰ ਹੁੰਦਾ ਹੈ। ਕੁਛ ਲੋਕ ਉਹ ਨੇ ਜੋ ਮਿਹਨਤ ਕਰਦੇ ਨੇ, ਘਾਲਣਾ ਘਾਲਦੇ ਨੇ। ਜਿਹੜਾ ਇਨਸਾਨ ਘਾਲਣਾ ਘਾਲੇਗਾ ਉਹਦੇ ਜੀਵਨ ਦੇ ਅੰਦਰ ਮਹਾਨਤਾ ਆਏਗੀ, ਸੁੰਦਰਤਾ ਹੋਏਗੀ। ਇੱਥੇ ਕਰਮ ਦਾ ਮਤਲਬ ਕਿਰਪਾ। ਤੇ ਕਿਰਪਾ ਕੀ ਹੈ, ਇਸ ਬਾਰੇ ਅਸੀਂ ਆਸਾ ਕੀ ਵਾਰ ਵਿੱਚ ਵੀ ਵਿਚਾਰ ਆਏ ਹਾਂ ਕਿ ਕਿਰਪਾ ਕੀ ਹੈ। ਸਾਹਿਬ ਤੁਠੇ ਜੋ ਮਿਲੇ,
ਨਾਨਕ ਸਾ ਕਰਮਾਤ ਸਾਹਿਬ ਤੁਖੈ ਜੋ ਮਿਲੇ। ਕਿਰਪਾ ਉਹਨੂੰ ਕਹਿੰਦੇ ਹਨ ਜੋ ਤਰੁੱਟ ਕੇ ਮਿਲੇ, ਖੁਸ਼ ਹੋ ਕੇ ਮਿਲੇ। ਜਿਵੇਂ ਕੋਈ ਬੱਚਾ ਸਕੂਲ ਵਿੱਚ ਪੜ੍ਹ ਰਿਹਾ ਹੈ ਤੇ ਸਕੂਲ ਦੇ ਅੰਦਰ ਪੜ੍ਹਦਿਆਂ ਉਹ ਅਨੁਸ਼ਾਸਨ ਦਾ ਪਾਲਨ ਕਰਦਾ ਹੈ, ਅਨੁਸ਼ਾਸਨ ਵਿੱਚ ਰਹਿੰਦਾ ਹੈ, ਹਾਜ਼ਰੀਆਂ ਉਹਦੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ, ਹੈਂਡ ਰਾਈਟਿੰਗ ਉਸਦੀ ਚੰਗੀ ਹੈ, ਨੰਬਰ ਉਹ ਸਭ ਤੋਂ ਜ਼ਿਆਦਾ ਲੈਂਦਾ ਹੈ, ਪੜ੍ਹਦੇ ਬਾਕੀ ਬੱਚੇ ਵੀ ਨੇ, ਲੇਕਿਨ ਉਹਨੇ ਅਨੁਸ਼ਾਸਨ ਦਾ ਪਾਲਨ ਕੀਤਾ, ਕੰਮਾਂ ਤੋਂ ਖੁਸ਼ ਹੋ ਕੇ। ਤੇ ਸਾਡੇ ਕੰਮਾਂ ਤੋਂ ਖੁਸ਼ ਹੋ ਕੇ ਸਾਨੂੰ ਰੱਬ ਵੱਲੋਂ ਗਿਫਟ ਮਿਲੇ, ਸੁੱਖ ਮਿਲੇ, ਉਹਨੂੰ ਕਹਿੰਦੇ ਨੇ ਕਿਰਪਾ। ਇਹਦਾ ਮਤਲਬ ਇਹ ਵੀ ਸਾਡੇ ਕਰਮਾਂ ਦੇ ਉੱਤੇ ਬੇਸਡ ਹੋਏਗੀ। ਜਿਹੜਾ ਬੰਦਾ ਰੱਬੀ ਰਜ਼ਾ ਦੇ ਮਤਲਬ ਅੰਦਰ ਤੁਰੇ, ਉਹਦੇ ਤੋਂ ਖੁਸ਼ ਹੋ ਕੇ ਉਹਨੂੰ ਇਹ ਦਾਤ ਮਿਲਦੀ ਹੈ। ਤੇ ਕੀ ਮਿਲਦਾ ਹੈ? ਜ਼ੋਰ। ਉਹਦੇ ਜੀਵਨ ਦੀ ਬਣਾਵਟ ਜ਼ੋਰ ਵਾਲੀ ਹੋ ਜਾਂਦੀ। ਜ਼ੋਰ ਦਾ ਮਤਲਬ ਤਾਕਤ। ਉਸ ਮਨੁੱਖ ਦੀ ਜ਼ਿੰਦਗੀ ਅੰਦਰ ਫਿਰ ਤਾਕਤ ਆਉਂਦੀ ਹੈ। ਤੇ ਤਾਕਤ ਦਾ ਮਤਲਬ ਇਹ ਨਹੀਂ ਹੈ ਕਿ ਉਹ ਫਿਰ ਗੁਆਂਢੀਆਂ ਨਾਲ ਲੜਨ ਲੱਗ ਪੈਂਦਾ ਹੈ ਜਾਂ ਆਪਣੇ ਭਰਾਵਾਂ ਦੀਆਂ ਪੱਗਾਂ ਲਾਹੁੰਦਾ ਹੈ। ਇਹੋ ਜਿਹੀ ਤਾਕਤ ਨਹੀਂ। ਉਹਦੇ ਅੰਦਰ ਇੰਨੀ ਮਾਨਸਿਕ ਪਾਵਰ ਆ ਜਾਂਦੀ ਹੈ ਕਿ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਉਹਦੀ ਮਾਨਸਿਕਤਾ ਵਿਸ਼ਾਲ ਹੋ ਜਾਂਦੀ ਹੈ। ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਉਹ ਵਿਕਾਰਾਂ, ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਉਹਦੀ ਸਰਬੱਤ ਦੇ ਭਲੇ ਵਾਲੀ ਮਾਨਸਿਕਤਾ, ਸੋਚ ਉਹਦੀ ਸੱਚੀ ਸੁੱਚੀ ਹੋ ਜਾਂਦੀ ਹੈ। ਇੰਨੀ ਉਹਦੇ ਵਿੱਚ ਤਾਕਤ ਆ ਜਾਂਦੀ। ਉਹਦੇ ਅੰਦਰ ਬੌਧਿਕ ਬਲ ਆਉਂਦਾ ਹੈ, ਯਾਨੀ ਉਹਨੂੰ ਐਸੀ ਸੂਝ ਔਰ ਸਮਝ ਮਿਲਦੀ ਹੈ, ਯਥਾਰਥ ਗਿਆਨ ਮਿਲਦਾ ਹੈ, ਉਹ ਬਿਲਕੁਲ ਸਹੀ ਫੈਸਲੇ ਲੈਂਦਾ ਹੈ। ਉਹਦੇ ਅੰਦਰ ਆਤਮਕ ਤਾਕਤ ਆਉਂਦੀ ਹੈ ਔਰ ਉਹ ਆਪਣੀ ਹਉਮੈ ਆਦਿਕ ਨੂੰ ਖਤਮ ਕਰ ਪ੍ਰਭੂ ਦੇ ਅੰਦਰ ਸਮਾ ਕੇ ਰੱਬੀ ਰੂਪ ਹੋ ਜਾਂਦਾ। ਔਰ ਫਿਰ ਐਸੇ ਮਨੁੱਖ ਨੂੰ ਜਿਹਦੀ ਸੋਚ ਵਿਸ਼ਾਲ ਹੋ ਜਾਏ, ਉਹਦੇ ਅੰਦਰ ਫਿਰ ਸਰੀਰਕ ਬਲ ਵੀ ਇੰਨਾ ਆ ਜਾਂਦਾ ਹੈ ਕਿ ਉਹ ਆਰੇ ਦੇ ਨਾਲ ਤੇ ਚਿਰ ਜਾਂਦਾ, ਪਰ ਸੱਚ ਤੋਂ ਉਹ ਦੂਰ ਨਹੀਂ ਹੁੰਦਾ। ਉਹ ਦੇਗ ਵਿੱਚ ਤੇ ਉਬਲ ਜਾਂਦਾ ਹੈ, ਪਰ ਉਹ ਸੱਚ ਦਾ ਤਿਆਗ ਨਹੀਂ ਕਰਦਾ। ਉਹਦੇ ਜੀਵਨ ਦੀ ਜੋ ਬਣਾਵਟ ਹੈ ਉਹ ਜ਼ੋਰ ਵਾਲੀ ਹੁੰਦੀ ਹੈ। ਉਹਦੇ ਅੰਦਰ ਪਾਵਰ ਹੈ, ਉਹਦੇ ਅੰਦਰ ਤਾਕਤ ਹੈ, ਉਹਨੂੰ ਮਾਨਸਿਕ ਤਾਕਤ ਮਿਲਦੀ ਹੈ, ਬੌਧਿਕ ਤਾਕਤ, ਆਤਮਕ ਬਲ ਉਹਨੂੰ ਮਿਲ ਜਾਂਦਾ ਹੈ। ਕੌਣ? ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ। ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਦਾ ਮਤਲਬ ਉੱਥੇ, ਉਸ ਸੋਚ ਦੇ ਅੰਦਰ, ਜਿਹਦੀ ਐਸੀ ਸੋਚ ਬਣ ਜਾਏ ਨਾ, ਜਿਹਨੂੰ ਐਸੀ ਆਤਮਕ ਤਾਕਤ ਮਿਲ ਜਾਏ, ਬੌਧਿਕ ਤਾਕਤ ਮਿਲ ਜਾਏ, ਜ਼ੋਰ ਵਾਲੇ ਜਿਸ ਦਾ ਜੀਵਨ ਹੋ ਜਾਏ, ਉੱਥੇ ਉਹਨੂੰ ਫਿਰ ਹੋਰ ਕੋਈ ਨਹੀਂ ਦਿਸਦਾ। ਤਿੱਥੇ ਹੋਰ ਨਾ ਕੋਈ ਹੋਰ। ਉੱਥੇ ਫਿਰ ਉਹਨੂੰ ਹੋਰ ਨਹੀਂ ਕੋਈ ਦਿਸਦਾ, ਕੇਵਲ ਇੱਕ ਰੱਬ ਹੀ ਦਿਸਦਾ ਚਾਰ ਚੁਫੇਰੇ। ਜੋ ਦਿਸੈ ਸੋ ਤੇਰਾ ਰੂਪ। ਉਹਨੂੰ ਫਿਰ ਜੋ ਵੀ ਦਿਸਦਾ ਹੈ ਉਹਦਾ ਰੂਪ ਨਜ਼ਰੀ ਪੈਂਦਾ ਹੈ। ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖ। ਉਹਨੂੰ ਕੋਈ ਹੋਰ ਦਿਸਦਾ ਹੀ ਨਹੀਂ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਉਹਨੂੰ ਸਭ ਦੇ ਅੰਦਰ ਰੱਬ ਦਾ ਨੂਰ, ਉਹਦੀ ਜੋਤ, ਉਹਦਾ ਜ਼ਹੂਰ, ਉਹਦਾ ਜ਼ਲਵਾ ਨਜ਼ਰੀ ਪੈਂਦਾ ਹੈ। ਚਾਰ ਚੁਫੇਰੇ ਉਹੀ ਦਿਸਦਾ ਹੈ, ਹਰ ਥਾਂ ਤੇ ਉਹ ਦਿਸਦਾ ਹੈ, ਆਪਣੇ ਵਿੱਚ ਵੀ ਦੂਜਿਆਂ ਵਿੱਚ ਵੀ। ਔਰ ਐਸੀ ਜਿਹੜੀ ਜ਼ੋਰ ਵਾਲੀ ਅਵਸਥਾ ਹੈ, ਉੱਥੇ ਕੌਣ ਨੇ? ਤਿੱਥੇ ਜੋਧ ਮਹਾਬਲ ਸੂਰ। ਇਸ ਅਵਸਥਾ ਵਿੱਚ ਜਿਨ੍ਹਾਂ ਨੂੰ ਐਸੀ ਸੋਚ ਮਿਲੀ ਹੈ, ਇਸ ਸੋਚ ਦੇ ਉੱਤੇ ਯੋਧੇ ਨੇ, ਮਹਾਬਲੀ ਨੇ ਔਰ ਸੂਰਮੇ ਨੇ। ਉਹਨਾਂ ਨੂੰ ਅਸਲੀ ਯੋਧਾ ਕਿਹਾ ਜਾ ਸਕਦਾ ਹੈ। ਉਹ ਅਸਲੀ ਮਹਾਬਲੀ ਨੇ, ਉਹ ਅਸਲੀ ਸੂਰਮੇ ਨੇ, ਜੋ ਐਸੀ ਸੋਚ ਰੱਖਣ ਵਾਲੇ ਨੇ। ਉਹਨਾਂ ਨੂੰ ਅਸੀਂ ਸੂਰਮਾ ਕਹਿ ਸਕਦੇ ਹਾਂ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮੇ ਦਾ ਮਤਲਬ ਕੇਵਲ ਇੰਨਾ ਨਹੀਂ ਕਿ ਮੈਦਾਨ ਦੇ ਅੰਦਰ ਜਾ ਕੇ ਕਿਸੇ ਨੂੰ ਮਾਰ ਦੇਣਾ ਜਾਂ ਜੰਗੀ ਜਿੱਤ ਪ੍ਰਾਪਤ ਕਰ ਲੈਣੀ। ਮੇਰਾ ਕਦਾਚਿਤ ਭਾਵ ਨਹੀਂ ਕਿ ਉਹ ਜੰਗੀ ਜਿੱਤ ਪ੍ਰਾਪਤ ਕਰਨ ਵਾਲਾ ਸੂਰਮਾ ਨਹੀਂ ਹੁੰਦਾ, ਲੇਕਿਨ ਜੰਗ ਤੇ ਔਰੰਗਜ਼ੇਬ ਵੀ ਜਿੱਤ ਸਕਦਾ ਹੈ। ਇਸ ਲਈ ਅਸਲੀ ਸੂਰਮਾ ਉਹ ਹੈ ਜਿਸ ਨੇ ਵਿਕਾਰਾਂ ਨੂੰ ਜਿੱਤ ਲਿਆ, ਜਿਸ ਨੇ ਮੇਰ ਤੇਰ ਦੇ ਵਿਤਕਰਿਆਂ ਦੇ ਉੱਤੇ ਫਤਿਹ ਪਾ ਲਈ ਹੈ,
देखो कितने लोक ने, कितने धर्म ने, कितने धर्म अस्थान ने, कितना लंबा चौड़ा प्रचार और प्रसार हो रहा है और बंदा छाती ते हथ मार के कहता है कि मेरे वर्गा धर्मी कोई नहीं। पर किन्ने लोग ने जिहड़े जातिवाद चों बाहर आ गए ने। किहड़ा छाती ते हथ मार के कहता है कि मैं जातिवाद नूं बिल्कुल नहीं मनदा, मैं अपने नाम दे पिछे सारे सरनेम बिल्कुल छड़ दिता है। किन्ने क लोग ने, किन्ने क सूरमे ने जिहड़े इस पासे नितरे ने, किन्ने क सूरमे ने जो मनुखी हक्कां वास्ते अपना आपा कुर्बान कर दिंदे ने। किन्ने क किन्ने क लोग तुहाडी नज़र दे अंदर ने जो श्री गुरु ग्रंथ साहिब जी दी पावन बाणी मुताबक अपनी सोच रखते ने, जीवन जी रहे ने जां सचियार हो गए ने। किन्ने क ने लोग? नहीं ना। पैदा मतलब फिर सूरमा वही है ना जो सचियार हो गया, जिसने कूड़ दे बंधनां नूं तोड़ दिता, जिन्हें इन्हां दीवारां नूं तोड़ दिता, जिहड़ा इन्हां बंधनां दे विचों बाहर आ गया। ਉਹ ਜੇਕਰ ਮੈਦਾਨੇ ਜੰਗ ਦੇ ਅੰਦਰ ਜੂਝੇਗਾ ਤਾਂ ਹਿਊਮਨ ਰਾਈਟਸ ਵਾਸਤੇ ਜੂਝੇਗਾ, ਉਹ ਮਨੁੱਖਤਾ ਦੇ ਭਲੇ ਵਾਸਤੇ ਲੜੇਗਾ। ਉਹਨੂੰ ਰਾਜ ਭਾਗ ਦੀ ਦੂਜੇ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਕਹਿ ਦੇਵੇਗਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਸੱਚ ਦੇ ਨਾਲ ਪ੍ਰੀਤ ਬਣੀ ਰਹੇ। ਨਾ ਮੈਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਚਾਹੀਦੀ ਹੈ ਔਰ ਨਾ ਸੱਚ ਨੂੰ ਛੱਡ ਕੇ ਮੈਨੂੰ ਰਾਜ ਚਾਹੀਦਾ ਹੈ। ਮੈਨੂੰ ਪ੍ਰੀਤ ਚਾਹੀਦੀ ਹੈ ਸੱਚ ਦੀ। ਉਹਨੂੰ ਗੁਰੂ ਜੀ ਸੂਰਮਾ ਕਹਿੰਦੇ ਨੇ। ਉਹ ਯੋਧਾ ਹੈ, ਉਹ ਮਹਾਬਲੀ ਹੈ, ਜਿਨੇ ਇਹਨਾਂ ਵਿਕਾਰਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ, ਜਿਹੜਾ ਇਹਨਾਂ ਵਿਕਾਰਾਂ ਅੱਗੇ ਡੋਲਦਾ ਨਹੀਂ। ਅਸੀਂ ਤਾਂ ਨਿੱਕੀਆਂ ਨਿੱਕੀਆਂ ਚਿੰਤਾਵਾਂ ਦੇ ਨਾਲ ਪਰੇਸ਼ਾਨ ਹੋ ਜਾਂਦੇ ਹਾਂ। ਬੰਦਾ ਥਾਂ ਥਾਂ ਤੇ ਆਪਣਾ ਈਮਾਨ ਵੇਚ ਦਿੰਦਾ ਹੈ, ਨਿੱਕੀ ਨਿੱਕੀ ਗੱਲ ਦੇ ਉੱਤੇ ਫੈਸਲਾ ਕਰ ਲੈਂਦਾ ਹੈ, ਸੱਚ ਦੇ ਨਾਲ ਸੱਚ ਨੂੰ ਤਿਆਗ ਦਿੰਦਾ ਹੈ, ਧਰਮ ਨੂੰ ਤਿਆਗ ਦਿੰਦਾ ਹੈ। ਸਾਡੀ ਜੀ ਮਾਸੀ ਨਹੀਂ ਮੰਨਦੀ, ਮਾਸੀ ਨਾਰਾਜ਼ ਹੋ ਜਾਏਗੀ ਜੇ ਇਹ ਕੰਮ ਕੀਤਾ। ਸੱਚ ਨਾਲੋਂ ਮਾਸੀ ਵੱਡੀ ਹੈ। ਮੇਰਾ ਕਹਿਣ ਦਾ ਕਦਾਚਿਤ ਭਾਵ ਨਹੀਂ ਕਿ ਇਹਨਾਂ ਰਿਸ਼ਤਿਆਂ ਨੂੰ ਤੋੜਿਆ ਜਾਏ, ਮਾਸੀ ਸ਼ਬਦ ਮੇਰੇ ਜ਼ੁਬਾਨ ਚੋਂ ਨਿਕਲ ਗਿਆ। ਕਹਿਣ ਤੋਂ ਭਾਵ ਕਿ ਸਾਡੇ ਰਿਸ਼ਤੇ ਨਾਤੇ ਲੋਕਾਚਾਰੀ, ਉਹਦੇ ਕਰਕੇ ਅਸੀਂ ਸੱਚ ਨੂੰ ਛੱਡ ਦਿੰਨੇ ਆ। ਕਬੀਰ ਜੀ ਕਿਤਨੇ ਵੱਡੇ ਮਹਾਬਲੀ ਸੂਰਮੇ ਹੋਣਗੇ ਜਿਨ੍ਹਾਂ ਨੇ ਲੋਕਾਚਾਰ ਦਾ ਤਿਆਗ ਕਰ ਦਿੱਤਾ। ਕਬੀਰ ਜੀ ਨੂੰ ਲੋਕ ਕਹਿੰਦੇ ਨੇ ਕਿ ਤੂੰ ਤੇ ਬੇਪੱਤਾ ਹੈ, ਨਾ ਮੁਸਲਮਾਨਾਂ ਵਾਲੇ ਕੰਮ ਕਰਨਾ ਹੈ, ਨਾ ਹਿੰਦੂਆਂ ਵਾਲੇ ਕੰਮ ਕਰਨਾ ਹੈ, ਨਾ ਤੂੰ ਮੱਕਾ ਕਾਬਾ ਜਾਂਦਾ ਹੈ, ਨਾ ਤੂੰ ਗੰਗਾ ਤੇ ਜਾਂਦਾ ਹੈ, ਤੂੰ ਕੈਸਾ ਬੰਦਾ। ਉਹ ਕਹਿੰਦੇ ਨੇ ਹਮ ਅਪਤ ਹੈ ਆਪਣੀ ਪਤ ਹੋਈ, ਹਮਰੇ ਖੋਜ ਪਰੋ ਮਤ ਹੋਈ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਇਹ ਦੁਨੀਆ ਦੇ ਲੋਕੋ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਹਾਡੇ ਪਰਦੇ ਫਾਸ਼ ਹੋਣਗੇ। ਮੈਨੂੰ ਤੇ ਤੁਸੀਂ ਕਹਿੰਦੇ ਹੋ ਕਿ ਤੈਨੂੰ ਇੱਜ਼ਤ ਬੇਇੱਜ਼ਤੀ ਦੀ ਲਾਜ ਨਹੀਂ, ਤੁਹਾਡਾ ਪਤਾ ਉਦੋਂ ਲੱਗੇਗਾ ਜਦੋਂ ਪਰਦੇ ਫਾਸ਼ ਹੋਣਗੇ, ਜੋ ਤੁਸੀਂ ਧਰਮੀ ਬਣੇ ਫਿਰਦੇ ਹੋ। ਅਸਲੀ ਤੁਹਾਡੀ ਅਸਲੀਅਤ ਦਾ ਪਤਾ ਲੱਗੇਗਾ। ਕਿੰਨੇ ਬੇਬਾਕ ਹੋਣਗੇ ਨਾ, ਉਹਨਾਂ ਨੂੰ ਕਹਿੰਦੇ ਨੇ ਸੂਰਮੇ। ਜਦੋਂ ਜਾਤੀਵਾਦ ਦੀ ਗੱਲ ਆਈ ਤੇ ਉਸ ਸਮੇਂ ਜਦੋਂ ਸ਼ੂਦਰ ਵਾਸਤੇ ਇਹ ਨਿਯਮ ਸਨ ਕਿ ਜੇ ਬੋਲੇ ਤੇ ਇਹਦੀ ਜ਼ਬਾਨ ਕੱਟ ਦਿਓ, ਉਦੋਂ ਭਗਤ ਕਬੀਰ ਜੀ ਕਹਿ ਰਹੇ ਨੇ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ तो आन बाट काहे नहीं आया, तुम कत बामन हम कत सूद, हम कत लोहू तुम कत दूध। ਜਦੋਂ ਉਦੋਂ ਇਹ ਬਚਨ ਕਹੇ ਹੋਣਗੇ ਤੇ ਕਿਹੜੇ ਵੱਡੇ ਸ਼ੂਰਮੇ ਹੋਣਗੇ। ਅੱਜ ਵੀ ਕਿਸੇ ਭ੍ਰਸ਼ਟ ਰਾਜਨੀਤਿਕ ਨੂੰ ਤੁਸੀਂ ਭ੍ਰਸ਼ਟ ਕਹਿ ਕੇ ਦੇਖੋ, ਜੇਲ੍ਹਾਂ ਵਿੱਚ ਪਾ ਦੇਣ। ਕਿੱਡੇ ਵੱਡੇ ਗੁਰੂ ਨਾਨਕ ਦੇਵ ਜੀ ਸ਼ੂਰਮੇ ਹੋਣਗੇ ਜਿਹੜੇ ਬਾਬਰ ਨੂੰ ਦੇ ਸਾਹਮਣੇ ਜਾਬਰ ਕਹਿ ਰਹੇ ਨੇ ਔਰ ਕਹਿੰਦੇ ਨੇ ਰਾਜੇ ਸ਼ੀਹੀ ਮੁਕੱਦਮ ਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ, ਖਾਓ ਰਤ ਪਿੱਤ ਉੱਤੇ ਹੋ ਚੱਟਦਾ ਹੋ। ਇਹ ਹੈ ਭਗਤੀ, ਸੱਚ ਨੂੰ ਸੱਚ ਕਹਿਣਾ, ਸੱਚ ਵਾਸਤੇ ਡਟ ਜਾਣਾ। ਮਾਲਾ ਫੇਰਨੀ ਭਗਤੀ ਨਹੀਂ ਹੈ। ਮਾਲਾ ਤੁਸੀਂ ਫੇਰੀ ਜਾਓ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਜਿੰਨੀ ਮਰਜ਼ੀ ਫੇਰੀ ਜਾਓ, ਮਾਲਾ ਕਹਿੰਦਾ ਕੋਈ ਨਾ। ਤੁਹਾਨੂੰ ਕੋਈ ਰਾਜਨੀਤਿਕ ਕਹੇਗਾ, ਨਾ ਲੀਡਰ, ਨਾ ਤੁਹਾਨੂੰ ਕੋਈ ਪੁਲਿਸ, ਕੋਈ ਨਹੀਂ ਫੜਦਾ। ਮਾਲਾ ਫੇਰੀ ਜਾਓ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਓ। ਪਰ ਜਦੋਂ ਤੁਸੀਂ ਕਹੋਗੇ ਕਿ ਇਹ ਬੰਦਾ ਰਿਸ਼ਵਤਖੋਰ ਹੈ, ਇਹ ਲੀਡਰ ਬੇਈਮਾਨ ਹੈ, ਉਦੋਂ ਤਕਲੀਫ ਹੋ। ਸੱਚ ਬੋਲੇ। ਇਹਦਾ ਮਤਲਬ ਸੂਰਮਾ ਮਾਲਾ ਫੇਰਨ ਵਾਲਾ ਨਹੀਂ, ਸਮਾਧੀ ਲਾਉਣ ਵਾਲਾ ਨਹੀਂ। ਸੂਰਮਾ ਸੱਚ ਬੋਲਣ ਵਾਲਾ ਹੈ ਔਰ ਸੱਚ ਬੋਲਣਾ ਹੀ ਭਗਤੀ ਹੈ। ਇਸ ਲਈ ਕਹਿ ਰਹੇ ਨੇ ਤਿੱਥੇ ਜੋਧ ਮਹਾਬਲ ਸੂਰ।
ਤੇ ਉਹ ਜਿਹੜੇ ਯੋਧੇ ਮਹਾਬਲੀ ਸੂਰਮੇ ਨੇ, ਤਿੰਨ ਮਹਿ ਰਾਮ ਰਹਿਆ ਭਰਪੂਰ। ਤਿੰਨ ਮਹਿ ਦਾ ਮਤਲਬ ਉਹਨਾਂ ਵਿੱਚ, ਰਾਮ ਦਾ ਮਤਲਬ ਰਮਿਆ ਹੋਇਆ ਜੋ ਰੱਬ ਹੈ, ਰਹਿਆ ਦਾ ਮਤਲਬ ਰਿਹਾ, ਭਰਪੂਰ ਦਾ ਮਤਲਬ ਪਰਿਪੂਰਨ, ਹਰ ਵਕਤ ਉਹਨਾਂ ਦੇ ਰੋਮ ਰੋਮ ਦੇ ਅੰਦਰ ਰੱਬ ਵਸਦਾ ਹੈ, ਉਹਨਾਂ ਦੀ ਸੋਚ ਵਿੱਚ ਰੱਬ ਵਸਦਾ ਹੈ। ਉਹ ਸਚਿਆਰ ਨੇ, ਉਹ ਰੱਬ ਦੇ ਨਾਲ ਮਿਲੇ ਹੋਏ ਨੇ। ਤਾਂ ਇਹਦਾ ਮਤਲਬ ਭਗਤੀ ਕੀ ਹੋਈ ਕਿ ਜਿੱਥੇ ਹੋਰ ਕੋਈ ਦਿਸਦਾ ਹੀ ਨਹੀਂ, ਕੇਵਲ ਰੱਬ ਹੀ ਸਾਰਿਆਂ ਵਿੱਚ ਦਿਸ ਰਿਹਾ ਹੈ, ਜਿੱਥੇ ਕੋਈ ਵਿਕਾਰ ਨਹੀਂ, ਜਿੱਥੇ ਵਿਕਾਰਾਂ ਦੇ ਉੱਤੇ ਫਤਿਹ ਪਾ ਲਈ ਹੈ, ਜੋ ਸੱਚ ਵਾਸਤੇ ਵਿਕਦਾ ਨਹੀਂ ਹੈ, ਜੋ ਸੱਚ ਨੂੰ ਸੱਚ ਕਹਿੰਦਾ ਹੈ, ਜੋ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ, ਅਸਲ ਦੇ ਅੰਦਰ ਉਹਨਾਂ ਵਿੱਚ ਰੱਬ ਵਸਦਾ। ਇਹ ਸਮਝ ਲਓ ਕਿ ਉਹਨਾਂ ਵਿੱਚ ਰੱਬ ਵਸ ਰਿਹਾ ਹੈ। ਬਾਕੀ ਜਿਹੜੇ ਮੇਰੇ ਵਰਗੇ ਨੇ ਉਹ ਸਾਰੇ ਡਰਾਮਾ ਕਰ ਰਹੇ। ਤੇ ਇਸ ਦੁਨੀਆ ਦੇ ਅੰਦਰ ਧਰਮ ਦੇ ਨਾਮ ਤੇ ਬਹੁਤ ਵੱਡੇ ਵੱਡੇ ਡਰਾਮੇ ਹੋ ਰਹੇ ਨੇ। ਇੱਕ ਤੋਂ ਇੱਕ ਵੱਧ ਡਰਾਮੇਬਾਜ਼ ਇਸ ਦੁਨੀਆ ਦੇ ਅੰਦਰ ਆਪ ਨੂੰ ਮਿਲ ਜਾਏਗਾ। ਧਰਮ ਦੇ ਨਾਮ ਦੇ ਉੱਤੇ ਡਰਾਮੇ ਕਰਨ ਵਾਲੇ ਇੱਕ ਤੋਂ ਇੱਕ ਵੱਧ ਮਿਲਣਗੇ, ਗਲੀਆਂ ਬਾਜ਼ਾਰਾਂ ਵਿੱਚ ਮਿਲਣਗੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਅੰਦਰ ਰੱਬ ਪਰਿਪੂਰਨ ਹੈ। ਪਰਿਪੂਰਨ ਦਾ ਮਤਲਬ ਹਰ ਵਕਤ ਉਹਨਾਂ ਦੇ ਅੰਦਰ ਸੱਚ ਹੈ। ਜਦ ਬੋਲਣਗੇ ਉਦੋਂ ਸੱਚ ਬੋਲਣਗੇ, ਜਦ ਕੋਈ ਕਰਮ ਕਰਨਗੇ ਸੱਚ ਕਰਨਗੇ, ਜਦੋਂ ਸੋਚਣਗੇ ਸੱਚ ਸੋਚਣਗੇ, ਕਿਉਂਕਿ ਰਮਿਆ ਹੋਇਆ ਹੈ ਨਾ, ਪਰਿਪੂਰਨ ਹੈ ਅੰਦਰ। ਤੇ ਜੈਸੀ ਇਨਪੁਟ ਹੋਏਗੀ ਵੈਸੀ ਆਉਟਪੁੱਟ ਆਏਗੀ। ਜੈਸਾ ਬੀਜ ਅੰਦਰ ਹੋਏਗਾ ਉਹ ਪ੍ਰਗਟ ਹੋਏਗਾ। ਤੇ ਤੁਸੀਂ ਸਮਾਜ ਦੇ ਅੰਦਰ ਵੇਖੋ ਵਿਚਰ ਕੇ, ਅਸੀਂ ਵਿਚਰਦੇ ਆ ਨਾ ਸਾਰੇ, ਮਨੁੱਖਤਾ ਦੇ ਅੰਦਰ ਉਹ ਧਰਮ ਪ੍ਰਗਟ ਹੋਣਾ ਚਾਹੀਦਾ ਸੀ, ਲੇਕਿਨ ਧਰਮ ਪ੍ਰਗਟ ਤੇ ਕਿਤੇ ਵੀ ਨਹੀਂ। ਹੁਣ ਇੰਡੀਆ ਵੱਲ ਜੇ ਅਸੀਂ ਝਾਤ ਮਾਰੀਏ ਤਾਂ ਇੱਕ ਇੱਕ ਪਿੰਡ ਦੇ ਅੰਦਰ 3-3 4-4 ਗੁਰਦੁਆਰੇ ਨੇ, 2-2 3-3 4-4 ਮੰਦਿਰ ਵੀ ਨੇ, ਹੋਰ ਡੇਰੇ ਵੀ ਨੇ। ਯਾਨੀ ਘੱਟ ਤੋਂ ਘੱਟ ਜੋ ਧਰਮ ਸਥਾਨ ਨੇ ਰਲਵੇਂ ਮਿਲਵੇਂ 7-7 8-8 ਧਰਮ ਸਥਾਨ ਇੱਕ ਇੱਕ ਪਿੰਡ ਵਿੱਚ ਨੇ। ਤਾਂ ਉਹ ਪਿੰਡ ਤਾਂ ਬਿਲਕੁਲ ਧਰਮੀ ਹੋਣੇ ਚਾਹੀਦੇ ਨੇ। ਪਰ ਕੀ ਉਹਨਾਂ ਪਿੰਡਾਂ ਦੇ ਵਿੱਚੋਂ ਕੋਈ ਰਾਤ ਨੂੰ 10-11 ਵਜੇ ਨੌਜਵਾਨ ਕੁੜੀ ਪਿੰਡ ਦੇ ਦੂਜੇ ਕਿਨਾਰੇ ਵੱਲ ਜਾ ਸਕਦੀ ਹੈ ਇਕੱਲੀ? ਨਹੀਂ ਨਾ। ਪਰ ਇਹਨਾਂ ਦੇਸ਼ਾਂ ਵਿੱਚ ਇਹ ਨਹੀਂ ਮੈਂ ਕਹਿ ਰਿਹਾ ਕਿ ਸਾਰੇ ਦੇਸ਼ ਧਰਮੀ ਨੇ ਤੇ ਉਹ ਧਰਮੀ ਨੇ, ਇਹ ਚੀਜ਼ ਸਮਝਣ ਵਾਲੀ ਹੈ। ਹੁਣ ਰਿਵਰ ਸਾਈਡ ਵੱਲ ਘੁੰਮਣ ਜਾਈਏ ਤਾਂ ਨੌਜਵਾਨ ਬੱਚੀਆਂ ਨੇ ਇਕੱਲੀਆਂ ਫਿਰ ਰਹੀਆਂ ਨੇ, ਕੋਈ ਉਹਨਾਂ ਵੱਲ ਮਾੜੀ ਨਜ਼ਰ ਨਾਲ ਦੇਖਦਾ ਵੀ ਨਹੀਂ, ਕੋਈ ਇਹੋ ਜਿਹੀ ਘਟਨਾ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੈ। ਲੇਕਿਨ ਇਹਨਾਂ ਨੂੰ ਅਸੀਂ ਧਰਮੀ ਕਹਿੰਦੇ ਹਾਂ। ਤੇ ਜਿਨ੍ਹਾਂ ਨੂੰ ਅਸੀਂ ਧਰਮੀ ਕਹਿੰਦੇ ਹਾਂ ਉੱਥੇ ਕੀ ਐਸਾ ਹੋ ਸਕਦਾ? ਕਦੇ ਵੀ ਨਹੀਂ। ਫਿਰ ਧਰਮ ਕਿੱਥੇ ਗਿਆ? ਇਸ ਲਈ ਧਰਮ ਦੇ ਨਾਮ ਤੇ ਡਰਾਮੇਬਾਜ਼ੀ ਹੈ ਤੇ ਗੁਰੂ ਪਾਤਸ਼ਾਹ ਨੇ ਇਸ ਡਰਾਮੇਬਾਜ਼ੀ ਦਾ ਬਿਲਕੁਲ ਪਰਦੇ ਫਾਸ਼ ਕੀਤੇ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤਿੰਨ ਮਹਿ ਰਾਮ ਰਹਿਆ ਭਰਪੂਰ। ਜੋ ਜ਼ੋਰ ਵਾਲੀ ਅਵਸਥਾ ਅੰਦਰ ਨੇ ਉਹਨਾਂ ਦੀ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਰੱਬੀ ਗੁਣ ਨੇ, ਉਹਨਾਂ ਦੇ ਅੰਦਰ ਕੁਆਲਿਟੀ ਹੈ, ਉਹਨਾਂ ਦੇ ਅੰਦਰ ਸੱਚ ਹੈ, ਹਰ ਪਲ ਸੱਚ ਹੈ। ਤੇ ਉਹਨਾਂ ਦੀ ਕੈਸੀ ਹੈ ਅਵਸਥਾ? ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਹੁਣ ਤਿੱਥੇ ਦਾ ਮਤਲਬ ਉੱਥੇ, ਉੱਥੇ ਦਾ ਮਤਲਬ ਇਹ ਨਹੀਂ ਕਿ ਉੱਤੇ ਕੋਈ ਵੱਖਰਾ ਖੰਡ ਹੈ, ਚੌਥੀ ਪੰਜਵੀਂ ਮੰਜ਼ਲ ਤੇ ਪੰਜਵੇਂ ਛੇਵੇਂ ਆਕਾਸ਼ ਤੇ। ਤਿੱਥੇ ਦਾ ਮਤਲਬ ਉਸ ਅਵਸਥਾ ਵਿੱਚ, ਯਾਨੀ ਉਹਨਾਂ ਲੋਕਾਂ ਦੀ ਮੈਂਟੈਲਿਟੀ ਦੇ ਅੰਦਰ ਸੀਤੋ ਸੀਤਾ। ਸੀਤੋ ਸੀਤਾ ਦਾ ਮਤਲਬ ਚੰਗੀ ਤਰ੍ਹਾਂ ਸੀਤਾ ਹੋਇਆ, ਚੰਗੀ ਤਰ੍ਹਾਂ ਸੀਤਾ ਹੋਇਆ, ਜਿਹੜਾ ਕਦੇ ਪਾਟਦਾ ਨਹੀਂ, ਜਿਹੜਾ ਕਦੇ ਉੱਡੜਦਾ ਨਹੀਂ। ਮਹਿਮਾ ਮਾਹੇ, ਮਹਿਮਾ ਦਾ ਮਤਲਬ ਸਿੱਤ ਸਲਾਹ, ਮੀਨਸ ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਗੁਣਾਤਮਕ ਸੋਚ। ਰੱਬੀ ਰਜਾ ਭਾਣੇ ਦੇ ਅੰਦਰ ਮਨ ਬਿਲਕੁਲ ਸੀਤਾ ਹੋਇਆ ਹੈ। ਉਸ ਅਵਸਥਾ ਦੇ ਅੰਦਰ ਜੋ ਮਨ ਹੈ ਉਹ ਸੱਚ ਦੇ ਨਾਲ ਚੰਗੀ ਤਰ੍ਹਾਂ ਸੀਤਾ ਹੋਇਆ ਹੈ। ਹੁਣ ਉਹਨਾਂ ਦਾ ਮਨ ਕਿਵੇਂ ਸੀਤਾ ਜਾਂਦਾ? ਦੇਖੋ ਪ੍ਰੋਬਲਮ ਹੈ ਥੋੜੀ ਜਿਹੀ ਸੀਣ ਵਾਸਤੇ, ਇਸ ਚੀਜ਼ ਨੂੰ ਸਮਝ ਲੈਣਾ। ਕੋਈ ਬੀਬੀ ਭੈਣ ਜਾਂ ਵੀਰ ਟੇਲਰ ਮਸ਼ੀਨ ਚਲਾ ਰਿਹਾ ਹੈ, ਕੱਪੜੇ ਸੀ ਰਿਹਾ ਹੈ, ਇੱਕ ਧਾਗਾ ਉੱਤੇ ਫਿਰਕੀ ਵਿੱਚ ਚੱਲ ਰਿਹਾ ਹੈ ਤੇ ਮਸ਼ੀਨ ਦੇ ਇੱਕ ਧਾਗਾ ਅੰਦਰਲੀ ਫਿਰਕੀ ਤੇ ਚੱਲਦਾ ਹੈ। ਸੂਈ ਜਿਹੜੀ ਹੈ ਬਾਹਰ ਵਾਲੇ ਧਾਗੇ ਦੇ ਸਹਿਯੋਗ ਦੇ ਨਾਲ ਅੰਦਰ ਵਾਲੇ ਧਾਗੇ ਨੂੰ ਬਾਹਰ ਕੱਢ ਕੇ ਇੱਕ ਗੰਢ ਮਾਰਦੀ ਜਾਂਦੀ ਹੈ ਤੇ ਉਹ ਕੱਪੜਾ ਸੀਪਦਾ ਜਾਂਦਾ ਹੈ, ਉੱਧੜਦਾ ਨਹੀਂ।
ਕਈ ਵਾਰ ਹੁੰਦਾ ਅੰਦਰਲੀ ਫਿਰਕੀ ਦਾ ਧਾਗਾ ਮੁੱਕ ਜਾਂਦਾ ਤੇ ਬੰਦਾ ਮਸ਼ੀਨ ਕਮਾਈ ਜਾ ਰਿਹਾ ਬੜੀ ਤੇਜ਼ੀ ਨਾਲ, ਤੇ ਕੱਪੜੇ ਦੇ ਉੱਤੇ ਸੀਣ ਵੀ ਵੱਜਦੀ ਜਾ ਰਹੀ ਹੈ, ਪਰ ਜਦੋਂ ਕੱਪੜੇ ਨੂੰ ਚੁੱਕਦਾ ਕੱਪੜਾ ਉਧੜ ਜਾਂਦਾ ਹੈ। ਇਸ ਵਾਸਤੇ ਕੱਪੜਾ ਚੰਗੀ ਤਰ੍ਹਾਂ ਸੀਪ ਜਾਏ, ਦੋਵੇਂ ਧਾਗੇ ਚਾਹੀਦੇ ਨੇ, ਅੰਦਰਲਾ ਧਾਗਾ ਵੀ ਔਰ ਬਾਹਰਲਾ ਵੀ। ਕੱਲਾ ਬਾਹਰਲਾ ਧਾਗਾ ਹੋਏਗਾ ਕੱਪੜਾ ਸੀਪੇਗਾ ਨਹੀਂ। ਹੁਣ ਜੇ ਸੱਚ ਦੇ ਨਾਲ ਸੀਪਣਾ ਤੇ ਦੋ ਧਾਗੇ ਚਾਹੀਦੇ ਨੇ। ਇੱਕ ਤੇ ਬਾਹਰਲਾ ਧਾਗਾ ਜਿਹੜਾ ਸਾਡਾ ਬਾਹਰਲਾ ਜੀਵਨ ਹੈ, ਜੋ ਮੇਰੇ ਬਾਹਰਲੇ ਬੋਲ ਨੇ, ਇਹ ਤਾਂ ਮੈਂ ਹੁਣ ਗੁਰਬਾਣੀ ਦੀ ਗੱਲ ਕਰ ਰਿਹਾ ਔਰ ਬੜੇ ਕੌਨਫੀਡੈਂਸ ਨਾਲ ਕਰ ਰਿਹਾ। ਇਹ ਤੇ ਹੈਗਾ ਬਾਹਰ ਦਾ ਧਾਗਾ, ਜੋ ਮੇਰਾ ਬਾਹਰਲਾ ਜੀਵਨ ਹੈ, ਜੋ ਬਾਹਰੋਂ ਮੈਂ ਵਿਖਾ ਰਿਹਾ, ਬੋਲ ਰਿਹਾ, ਕੱਪੜੇ ਪਾਏ ਨੇ, ਤੇ ਬਾਹਰਲਾ ਧਾਗਾ ਹੈ। ਅੰਦਰਲਾ ਧਾਗਾ ਹੈ ਮੇਰੀ ਮੈਂਟੈਲਿਟੀ, ਸੋਚ। ਉਹਦੇ ਵਿੱਚ ਕੀ ਹੈ? ਕਿ ਉਹਦੇ ਵਿੱਚ ਵੀ ਸੱਚ ਹੈ? ਜੇ ਅੰਦਰ ਵੀ ਸੱਚ ਹੈ, ਬਾਹਰ ਵੀ ਸੱਚ ਹੈ, ਫਿਰ ਤੇ ਜਾਏਗਾ ਇਹ ਸੱਚ ਦੇ ਨਾਲ ਸੀਪ, ਫਿਰ ਕਦੇ ਉਧੜੇਗਾ ਨਹੀਂ। ਆਰੇ ਨਾਲ ਚੀਰ ਦਿਓਗੇ, ਉਧੜੇਗਾ ਨਹੀਂ। ਤੇ ਜੇ ਅੰਦਰਲਾ ਧਾਗਾ ਖਤਮ ਹੈ, ਸੋਚ ਦੇ ਅੰਦਰ ਨਹੀਂ, ਬਾਹਰ ਹਵਾਈ ਗੱਲਾਂ ਨੇ, ਬੰਦਾ ਉਧੜ ਜਾਏਗਾ, ਸੱਚ ਨਾਲੋਂ ਟੁੱਟ ਜਾਏਗਾ। ਔਰ ਰੀਜਨ ਹੀ ਇਹ ਹੈ ਕਿ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਇਸ ਲਈ ਅੰਦਰ ਦਾ ਔਰ ਬਾਹਰ ਦਾ ਤਾਲਮੇਲ ਬਹਿਣਾ ਬਹੁਤ ਜ਼ਰੂਰੀ ਹੈ। ਸਾਨੂੰ ਕੋਈ ਕਵੇ ਨਾ ਗੁਰਦੁਆਰਾ ਸਾਹਿਬ ਬਹਿਣ ਲਈ, ਜਾਂ ਕਲਾਸ ਵਿੱਚ ਬਹਿਣ ਲਈ, ਜਾਂ ਘਰ ਦੇ ਅੰਦਰ ਗੁਰਬਾਣੀ ਦੀ ਗੱਲ ਕਰਨ ਲਈ, ਸੱਚ ਦੀ ਗੱਲ ਕਰਨ ਲਈ, ਤੇ ਅਸੀਂ ਆਮ ਕਹਿੰਦੇ ਆ ਯਾਰ ਸੰਗਤ ਵਿੱਚ ਜਾ ਕੇ ਮਨ ਨਹੀਂ ਲੱਗਦਾ। ਬਾਣੀ ਪੜਨ ਲੱਗਦੇ ਆ, ਪਾਠ ਕਰਨ ਲੱਗਦੇ ਆ, ਮਨ ਨਹੀਂ ਲੱਗਦਾ, ਧਿਆਨ ਉੱਡਦਾ ਹੈ। ਕਹਿੰਦੇ ਆ ਨਾ ਸਾਰਿਆਂ ਦੀ ਪ੍ਰੋਬਲਮ ਹੈ। ਜੇ ਪੁੱਛੀਏ ਵੀ ਕੀ ਯਾਦ ਆਉਂਦਾ ਹੈ, ਬੱਚਿਆਂ ਵੱਲ ਧਿਆਨ ਚਲਾ ਜਾਂਦਾ ਹੈ, ਧਿਆਨ ਆ ਜਾਂਦਾ ਕਿ ਰੋਟੀ ਖਾਣੀ ਹੈ, ਪਤੀ ਦੇਵ ਨੇ ਆਉਣਾ ਹੈ, ਪਤੀ ਨੂੰ ਧਿਆਨ ਆ ਜਾਂਦਾ ਕਿ ਫੀਸ ਤਾਰਨੀ, ਯਾਨੀ ਐਵੇਂ ਧਿਆਨ ਜਾਂਦਾ। ਤੇ ਜਦੋਂ ਅਸੀਂ ਪਿਕਚਰ ਵੇਖਣ ਜਾਂਦੇ ਆ, ਵੈਸੇ ਮੈਂ ਤੇ ਕਦੀ ਨਹੀਂ ਗਿਆ, ਵਿਆਹ ਤੋਂ ਪਹਿਲਾਂ ਕੋਈ 1-2 ਫਿਲਮਾਂ ਦੇਖੀਆਂ ਨੇ, ਉਸ ਤੋਂ ਬਾਅਦ ਮੈਂ ਪਿਕਚਰ ਹਾਲ ਵਿੱਚ ਕਦੇ ਗਿਆ ਨਹੀਂ। ਲੇਕਿਨ ਜਦੋਂ ਪਿਕਚਰ ਹਾਲ ਵਿੱਚ ਜਾਂਦੇ ਹੋ, 3 ਘੰਟੇ ਬੰਦਾ ਬਹਿੰਦਾ ਨਾ, 3 ਘੰਟੇ ਇੱਕ ਵਾਰੀ ਵੀ ਨਾ ਤੇ ਬੱਚਿਆਂ ਦਾ ਖਿਆਲ ਆਉਂਦਾ, ਨਾ ਪਤੀ ਦਾ ਟਿਫਨ ਯਾਦ ਆਉਂਦਾ, ਨਾ ਪਤੀ ਨੂੰ ਪਤਨੀ ਦੀ ਯਾਦ ਆਉਂਦੀ, ਨਾ ਫੀਸਾਂ ਯਾਦ ਆਉਂਦੀਆਂ। 3 ਘੰਟੇ ਬੰਦਾ ਆਰਾਮ ਨਾਲ ਬੈਠਾ ਰਹਿੰਦਾ, ਉੱਥੇ ਧਿਆਨ ਨਹੀਂ ਉੱਡਦਾ। ਹੁਣ ਇਹਦਾ ਰੀਜ਼ਨ ਕੀ ਹੈ? ਉੱਥੇ ਧਿਆਨ ਲੱਗਾ ਰਹਿੰਦਾ 3 ਘੰਟੇ, ਬੜੇ ਆਰਾਮ ਦੇ ਨਾਲ ਲੋਕ ਬੈਠੇ ਰਹਿੰਦੇ ਨੇ, ਤੇ ਸੱਚ ਦੇ ਨਾਲ ਜੁੜਨ ਲੱਗਿਆ, ਬਾਣੀ ਪੜਨ ਲੱਗਿਆ 3 ਮਿੰਟ ਵੀ ਧਿਆਨ ਨਹੀਂ ਲੱਗਦਾ। ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਕੋਈ ਬਹੁਤਾ ਔਖਾ ਨਹੀਂ, ਬਿਲਕੁਲ ਸੌਖਾ ਹੈ। ਕਿਉਂਕਿ ਪਿਕਚਰ ਹਾਲ ਦੇ ਅੰਦਰ ਜੋ ਬਾਹਰ ਫਿਲਮ ਆਇਆ ਜਾ ਰਿਹਾ ਨਾ ਪਰਦੇ ਤੇ, ਉਹ ਸਾਡੇ ਅੰਦਰ ਵੀ ਚੱਲ ਰਿਹਾ ਹੈ। ਅੰਦਰ ਦਾ ਤੇ ਬਾਹਰ ਦਾ ਤਾਲਮੇਲ ਬਹਿ ਜਾਂਦਾ ਹੈ। ਭਾਵੇਂ ਉਹ ਇੱਕ ਫਿਲਮ ਹੋਰ ਲਾ ਦੇਣ, 3 ਘੰਟੇ ਹੋਰ ਵੀ ਲੰਘ ਜਾਣਗੇ, ਪਰ ਬਾਣੀ ਦੇ ਅੰਦਰ ਜੋ ਕਿਹਾ ਜਾ ਰਿਹਾ ਹੈ, ਅੰਦਰ ਸਾਡੇ ਕੁਛ ਹੋਰ ਹੈ, ਅੰਦਰ ਦਾ ਬਾਹਰ ਦਾ ਤਾਲਮੇਲ ਨਹੀਂ ਬਹਿੰਦਾ, ਇਸ ਕਰਕੇ ਧਿਆਨ ਨਹੀਂ ਲੱਗਦਾ। ਤੇ ਜਿਨ੍ਹਾਂ ਦਾ ਅੰਦਰ ਦਾ ਔਰ ਬਾਹਰ ਦਾ ਤਾਲਮੇਲ ਬਹਿ ਜਾਏ ਨਾ, ਉਹ ਫਿਰ ਆਰੇ ਦੇ ਨਾਲ ਚਿਰ ਜਾਂਦੇ ਨੇ, ਪਰ ਸੱਚ ਨੂੰ ਛੱਡਦੇ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ, ਕਰਮ ਖੰਡ ਵਾਲੀ ਜਦੋਂ ਜਗ੍ਹਾ ਤੇ ਬੰਦਾ ਪਹੁੰਚਦਾ ਨਾ, ਮਿਹਨਤ ਕਰਦਾ ਹੋਇਆ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉਹਨਾਂ ਦਾ ਮਨ ਉੱਥੇ ਮਹਿਮਾ ਦੇ ਅੰਦਰ ਸੀਤਾ ਹੁੰਦਾ ਹੈ, ਯਾਨੀ ਉਹਨਾਂ ਵਿੱਚ ਨੈਗੇਟਿਵ ਕੋਈ ਵਿਚਾਰ ਨਹੀਂ ਹੁੰਦਾ, ਪੋਜ਼ਿਟਿਵ ਵਿਚਾਰ, ਸਕਾਰਾਤਮਕ ਸੋਚ ਹੁੰਦੀ ਹੈ। ਗੁਣਾਂ ਦੀ ਗੱਲ ਹੁੰਦੀ, ਉੱਥੇ ਔਗਣ ਹੈ ਹੀ ਨਹੀਂ, ਕਿਉਂਕਿ ਉਹਨਾਂ ਦੀ ਮੈਂਟੈਲਿਟੀ ਗੁਣਾਂ ਦੇ ਨਾਲ ਸੀਪ ਗਈ ਹੈ, ਸੱਚ ਦੇ ਨਾਲ ਸੀਪ ਗਈ ਹੈ। ਝੂਠ ਹੈ ਹੀ ਨਹੀਂ, ਨੈਗੇਟਿਵ ਹੈ ਹੀ ਨਹੀਂ, ਉਹ ਇਹ ਕਹਿੰਦੇ ਹੀ ਨਹੀਂ ਕਿ ਸਾਡੇ ਤੋਂ ਨਹੀਂ ਹੋਣਾ। ਉਹਨਾਂ ਦੀ ਜ਼ਬਾਨ ਚੋਂ ਹੀ ਨਹੀਂ ਨਿਕਲਦਾ ਜੀ ਕੰਮ ਬੜਾ ਔਖਾ ਹੈ, ਕਿਉਂਕਿ ਉਹਨਾਂ ਦੇ ਅੰਦਰ ਤਾਂ ਸੱਚ ਦੇ ਨਾਲ ਸੀਪ ਗਏ ਨੇ ਉਹ। ਇਸ ਲਈ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਪੱਕੇ ਤੌਰ ਤੇ ਬਿਠਾ ਲੈਣਾ ਹੈ। ਵਿਸ਼ਵਾਸ ਅੰਦਰ ਵੀ ਇਹੀ ਹੋਏ ਤੇ ਬਾਹਰ ਵੀ ਇਹੀ ਹੋਵੇ। ਅਗਲਾ ਬਚਨ ਕਰਦੇ ਨੇ, ਤਾਕੇ ਰੂਪ ਨਾ ਕਥਨੇ ਜਾਹੇ। ਫਿਰ ਜਿਹੜੇ ਐਸੇ ਲੋਕ ਨੇ ਨਾ, ਉਹਨਾਂ ਦੇ ਰੂਪ ਫਿਰ ਬਿਆਨ ਨਹੀਂ ਕੀਤੇ ਜਾ ਸਕਦੇ ਕਿੰਨੇ ਕੁ ਸੋਹਣੇ ਨੇ। ਉਹਨਾਂ ਦੇ ਨੈਣ ਨਕਸ਼ ਬੇਸ਼ੱਕ ਬੇਟੱਬੇ ਹੋਣ, ਲੇਕਿਨ ਉਹਨਾਂ ਦੀ ਮਾਨਸਿਕ ਸੁੰਦਰਤਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੇ ਇਸ ਦੁਨੀਆ ਦੇ ਅੰਦਰ ਬੜੇ ਸੋਹਣੇ ਸੁਨੱਖੇ ਇਸਤਰੀਆਂ ਪੁਰਸ਼ ਆਪ ਨੂੰ ਮਿਲ ਜਾਣਗੇ, ਬਹੁਤ ਚੰਗਾ ਮੇਕਅਪ ਉਹਨਾਂ ਨੇ ਕੀਤਾ ਹੋਏਗਾ। ਬਾਜ਼ਾਰਾਂ ਦੇ ਅੰਦਰ ਤੁਹਾਨੂੰ ਇੰਝ ਲੱਗਦੇ ਨੇ ਮੇਕਅਪ ਕਰਕੇ ਬੰਦੇ ਬੀਬੀਆਂ ਤੁਰੇ ਜਿਵੇਂ ਕ੍ਰਿਸਮਸ ਟਰੀ ਤੁਰਿਆ ਜਾ ਰਿਹਾ ਹੋਵੇ, ਇੰਨਾ ਮੇਕਅਪ। ਲੇਕਿਨ ਸੋਚ ਮਾੜੀ,
ਤੇ ਉਸ ਮੇਕਅਪ ਦਾ, ਉਹਨਾਂ ਚੰਗੀਆਂ ਕੱਪੜਿਆਂ ਦਾ, ਪੈਂਟਾਂ ਸ਼ਰਟਾਂ ਦਾ ਕੀ ਕਰੋਗੇ? ਹੇਅਰ ਸਟਾਈਲ ਦਾ ਕੀ ਕਰੋਗੇ? ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਸੱਚ ਦੇ ਨਾਲ ਚੰਗੀ ਤਰ੍ਹਾਂ ਸੀਪ ਜਾਂਦੇ ਨੇ ਅੰਦਰੋਂ ਬਾਹਰੋਂ, ਉਹਨਾਂ ਦਾ ਇੰਨਾ ਸੁੰਦਰ ਸਰੂਪ ਹੁੰਦਾ ਹੈ ਕਿ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਕੱਪੜੇ ਸਾਦੇ ਹੋਣਗੇ, ਪਰ ਕਿਵੇਂ ਭਗਤ ਪੂਰਨ ਸਿੰਘ ਦੀ ਸੁੰਦਰਤਾ ਨੂੰ ਕਿਵੇਂ ਬਿਆਨ ਕਰੋਗੇ? ਭਾਈ ਕਨ੍ਹਈਆ ਜੀ ਦੀ ਸੁੰਦਰਤਾ ਨੂੰ ਕਿਵੇਂ ਬਿਆਨ ਕਰੋਗੇ? ਅਗਲਾ ਵਚਨ ਕਰਦੇ ਨੇ, ਨਾ ਉਹ ਮਰਹੇ ਨਾ ਠਾਗੇ ਜਾਹੇ। ਇਹਨੂੰ ਉਹੇ ਨਹੀਂ ਪੜਨਾ, ਇਹ ਉਹ ਸ਼ਬਦ ਹੈ, ਉਹ ਦਾ ਮਤਲਬ ਬਹੁਵਚਨੀ। ਮਰਹਿ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਮਰਹੇ, ਕਿਉਂਕਿ ਜਦੋਂ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੁੰਦੀ ਹੈ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਮਰਹੇ ਮਰਦੇ ਨੇ, ਨਾ ਉਹ ਮਰਹੇ ਨਾ ਠਾਗੇ ਜਾਹੇ। ਐਸੇ ਇਨਸਾਨ ਜਿਹੜੇ ਅੰਦਰੋਂ ਬਾਹਰੋਂ ਸੱਚ ਦੇ ਨਾਲ ਸੀਪ ਗਏ ਹੁੰਦੇ ਨੇ, ਉਹ ਕਦੇ ਮਰਦੇ ਨਹੀਂ, ਨਾ ਉਹ ਠੱਗੇ ਜਾਂਦੇ ਨੇ। ਹੁਣ ਇੱਥੇ ਨਾ ਮਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਰੀਰ ਨਹੀਂ ਮਰਦਾ। ਦੇਖੋ, ਸਰੀਰ ਕਰਕੇ ਸਭ ਨੇ ਮਰਨਾ ਹੈ, ਅੰਮ੍ਰਿਤਧਾਰੀਆਂ ਨੇ ਵੀ, ਗੈਰ ਅੰਮ੍ਰਿਤਧਾਰੀਆਂ ਨੇ ਵੀ, ਪਾਪੀਆਂ ਨੇ ਵੀ, ਪੁੰਨੀਆਂ ਨੇ ਵੀ, ਧਰਮੀਆਂ ਨੇ ਵੀ, ਅਧਰਮੀਆਂ ਨੇ, ਸੱਚਿਆਂ ਨੇ, ਝੂਠਿਆਂ ਨੇ, ਸਰੀਰ ਕਰਕੇ ਸਭ ਨੇ ਮਰ ਜਾਣਾ। ਇੱਥੇ ਮਰਨ ਦਾ ਮਤਲਬ ਹੈ ਆਤਮਿਕ ਮੌਤੇ ਨਹੀਂ ਮਰਦੇ ਉਹ ਬੰਦੇ, ਉਹਨਾਂ ਦੀ ਜ਼ਮੀਰ ਨਹੀਂ ਮਰਦੀ, ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਦੇਖੋ, ਜਦੋਂ ਬੰਦਾ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਦੇ ਨਾਲ ਤੱਕਦਾ ਹੈ ਨਾ, ਉਦੋਂ ਇਨਸਾਨ ਅੰਦਰੋਂ ਮਰ ਗਿਆ ਹੁੰਦਾ ਹੈ, ਜ਼ਮੀਰ ਉਹਦੀ ਮਰ ਗਈ ਹੁੰਦੀ ਹੈ। ਜ਼ਮੀਰ ਮਰੇਗੀ ਤਾਂ ਕਿਸੇ ਧੀ ਭੈਣ ਨੂੰ ਮਾੜਾ ਤੱਕੇਗਾ ਨਾ। ਚੋਰੀ ਉਹ ਬੰਦਾ ਕਰੇਗਾ ਜਿਹਦੀ ਅੰਦਰੋਂ ਜ਼ਮੀਰ ਮਰ ਜਾਏਗੀ। ਈਰਖਾ ਉਹ ਇਨਸਾਨ ਕਰੇਗਾ ਜਿਸ ਦੇ ਅੰਦਰੋਂ ਜ਼ਮੀਰ ਮਰ ਜਾਏਗੀ। ਕਿਸੇ ਦੀ ਪ੍ਰਾਪਰਟੀ ਨੂੰ ਉਹ ਹੜੱਪੇਗਾ ਜਿਹਦੀ ਜ਼ਮੀਰ ਮਰ ਜਾਏਗੀ, ਜਿਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ, ਆਤਮਿਕ ਮੌਤ ਹੋ ਜਾਏਗੀ। ਤੇ ਜਿਹੜੇ ਸਚਿਆਰ ਨੇ ਉਹ ਕਦੇ ਮਰਦੇ ਨਹੀਂ, ਆਤਮਿਕ ਮੌਤ ਨਹੀਂ ਮਰਦੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ। ਨਾ ਠਾਗੇ ਜਾਹੇ, ਉਹ ਠੱਗੇ ਵੀ ਨਹੀਂ ਜਾਂਦੇ। ਇਹਦਾ ਮਤਲਬ ਇਹ ਨਹੀਂ ਕਿ ਬੜੇ ਉਹ ਚਲਾਕ ਹੋ ਜਾਂਦੇ ਨੇ, ਲੋਕਾਂ ਤੋਂ ਨਹੀਂ ਠੱਗੇ ਜਾਂਦੇ। ਸਗੋਂ ਇਹੋ ਜਿਹੇ ਭੋਲੇ ਬੰਦਿਆਂ ਨੂੰ ਲੋਕ ਤਾਂ ਇਮੋਸ਼ਨਲ ਬਲੈਕਮੇਲ ਕਈ ਵਾਰ ਕਰ ਲੈਂਦੇ ਨੇ, ਉਹ ਕਿਸੇ ਵਿਕਾਰ ਤੋਂ ਨਹੀਂ ਠੱਗੇ ਜਾਂਦੇ। ਉਹਨਾਂ ਦੇ ਆਤਮਿਕ ਜੀਵਨ ਨੂੰ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਉਹਨਾਂ ਨੂੰ ਠੱਗ ਨਹੀਂ ਸਕਦੇ ਕਿ ਉਹਨਾਂ ਦੇ ਗੁਣਾਂ ਨੂੰ ਚੋਰੀ ਕਰਕੇ ਲੈ ਜਾਣ। ਕੋਈ ਉਹਨਾਂ ਦੇ ਆਤਮਿਕ ਜੀਵਨ ਨੂੰ ਨਹੀਂ ਠੱਗ ਸਕਦਾ। ਕੋਈ 2-4 ਹਜ਼ਾਰ ਡਾਲਰ ਦੀ, 2-4 ਹਜ਼ਾਰ ਪਾਉਂਡ ਦੀ ਹੋ ਸਕਦਾ ਕੋਈ ਠੱਗੀ ਲਾ ਲਵੇ, ਪਰ ਉਹਨਾਂ ਦੇ ਆਤਮਿਕ ਜੀਵਨ ਨੂੰ ਨਹੀਂ ਕੋਈ ਠੱਗ ਸਕਦਾ। ਉਹਨਾਂ ਨੂੰ ਆਤਮਿਕ ਜੀਵਨ ਤੋਂ, ਸੱਚ ਤੋਂ ਕੋਈ ਦੂਰ ਨਹੀਂ ਲਿਜਾ ਸਕਦਾ। ਬੇਸ਼ੱਕ ਠੱਗਣ ਦਾ ਯਤਨ ਕੀਤਾ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਨਾ ਕਿ ਤੁਹਾਨੂੰ ਰਾਜ ਭਾਗ ਦੇ ਦਿਆਂਗੇ, ਤੇ ਕੀ ਉਹ ਠੱਗੇ ਗਏ? ਉਸ ਠੱਗੀ ਵਿੱਚ ਆਏ? ਸਵਾਲ ਹੀ ਪੈਦਾ ਨਹੀਂ ਹੁੰਦਾ। ਯਤਨ ਕੀਤਾ ਨਾ ਕਿ ਨਹੀਂ ਤਾਂ ਤੁਹਾਨੂੰ ਨੀਹਾਂ ਵਿੱਚ ਚਿਣ ਦਿਆਂਗੇ, ਡਰਾਉਣ ਦਾ, ਲੇਕਿਨ ਕੀ ਉਹ ਡਰੇ? ਉਹ ਆਪਣਾ ਆਪਾ ਵਾਰ ਗਏ, ਲੇਕਿਨ ਉਹਨਾਂ ਨੂੰ ਕੋਈ ਰਾਜ ਭਾਗ ਜਾਂ ਕੋਈ ਐਸੀਆਂ ਠੱਗੀਆਂ ਦੇ ਨਾਲ ਠੱਗ ਨਹੀਂ ਸਕਿਆ। ਗੁਰੂ ਜੀ ਕਹਿੰਦੇ ਨੇ, ਨਾ ਉਹ ਆਤਮਿਕ ਮੌਤੇ ਮਰਦੇ ਨੇ ਤੇ ਨਾ ਉਹ ਕਿਸੇ ਵਿਕਾਰ ਪਾਸੋਂ ਠੱਗੇ ਜਾਂਦੇ ਨੇ। ਕੌਣ? ਜਿਨ ਕੇ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਮਨ ਦੇ ਅੰਦਰ ਰਾਮ ਵਸਦਾ ਹੈ। ਰਾਮ ਦਾ ਮਤਲਬ ਰੱਬ, ਰਮਿਆ ਹੋਇਆ, ਰੱਬ ਦੇ ਗੁਣ। ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ, ਮਨ ਦੇ ਅੰਦਰ, ਮੈਂਟੈਲਿਟੀ ਵਿੱਚ, ਸੋਚ ਦੇ ਅੰਦਰ, ਉਹ ਨਾ ਆਤਮਿਕ ਮੌਤੇ ਮਰਦੇ ਨੇ ਤੇ ਨਾ ਉਹ ਠੱਗੇ ਜਾਂਦੇ। ਤੇ ਜਿਹੜੇ ਆਤਮਿਕ ਮੌਤੇ ਮਰ ਜਾਂਦੇ ਨੇ, ਠੱਗੇ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਰੱਬ ਵਸ ਹੀ ਨਹੀਂ ਸੀ ਰਿਹਾ, ਡਰਾਮਾ ਕਰ ਰਹੇ ਸੀ ਉਹ। ਉਹਨਾਂ ਨੇ ਧਾਰਮਿਕ ਲਿਬਾਸ ਪਾਇਆ ਹੋਇਆ ਸੀ, ਧਾਰਮਿਕ ਲਿਬਾਸ ਪਾਇਆ ਸੀ, ਜ਼ਬਾਨ ਦੇ ਨਾਲ ਧਰਮ ਦੀਆਂ ਗੱਲਾਂ ਕਰ ਰਹੇ ਸਨ, ਲੇਕਿਨ ਮੈਂਟੈਲਿਟੀ ਦੇ ਅੰਦਰ ਸੱਚ ਨਹੀਂ ਸੀ। ਇਸ ਕਰਕੇ ਉਹ ਲੋਕ ਮਰ ਜਾਂਦੇ ਨੇ, ਆਤਮਿਕ ਮੌਤੇ, ਠੱਗੇ ਜਾਂਦੇ ਨੇ, ਜੀਵਨ ਦੇ ਅਸਲ ਸਫ਼ਰ ਤੋਂ ਦੂਰ ਚਲੇ ਜਾਂਦੇ ਨੇ।
ਸਚਿਆਰਤਾ ਦੇ ਰਾਸਤੇ ਨੂੰ ਤਿਆਗ ਜਾਂਦੇ ਨੇ, ਕਿਉਂਕਿ ਮਨ ਵਿੱਚ ਹੈ ਹੀ ਨਹੀਂ ਸੀ, ਅੰਦਰ ਤੇ ਕੁਝ ਹੋਰ ਸੀ। ਜਿਵੇਂ ਬਗਲਾ ਬੈਠਾ ਹੁੰਦਾ ਨਾ ਪਾਣੀ ਵਿੱਚ, ਇੱਕ ਲੱਤ ਤੇ ਖੜਾ ਹੈ, ਅੱਖਾਂ ਵੀ ਅੱਧੀਆਂ ਬੰਦ ਨੇ, ਖੰਭ ਵੀ ਚਿੱਟੇ ਨੇ, ਬੈਠਾ ਵੀ ਤੀਰਥ ਵਿੱਚ ਹੈ, ਇੱਕ ਪੈਰ ਵੀ ਚੁੱਕਿਆ ਹੋਇਆ ਹੈ। ਇਹ ਨਾ ਸਮਝ ਲੈਣਾ ਕਿ ਉਹ ਭਗਤ ਹੈ, ਕਿ ਸਮਾਧੀ ਲਾਈਏ, ਬਗਲੇ ਵਰਗਾ ਧਿਆਨ ਕੋਈ ਨਹੀਂ ਲਾ ਸਕਦਾ। ਪਰ ਉਹਦੇ ਮਨ ਵਿੱਚ ਰੱਬ ਨਹੀਂ ਹੈ, ਮਨ ਵਿੱਚ ਸੱਚ ਨਹੀਂ ਹੈ। ਮਨ ਦੇ ਅੰਦਰ ਹੈ ਕਿ ਕੋਈ ਡੱਡੀ ਮੱਛੀ ਆਵੇ, ਜਦੋਂ ਕੋਈ ਡੱਡੀ ਮੱਛੀ ਪਕੜ ਵਿੱਚ ਆਉਂਦੀ ਹੈ, ਐਸਾ ਝਪੱਟਾ ਮਾਰਦਾ ਹੈ, ਬਚ ਕੇ ਨਿਕਲ ਜਾਏ। 99.99% ਜਿੰਨੇ ਆ ਸਾਡੇ ਧਾਰਮਿਕ ਬਾਬੇ ਨੇ, ਬਹੁਤਾਤ ਗਿਣਤੀ ਬਗਲਾ ਭਗਤ ਹੀ ਨੇ। ਕਿਤੇ ਪਕੜ ਦੇ ਵਿੱਚ ਜਾਓ ਸਹੀ, ਬਗਲੇ ਤੋਂ ਤੇ ਮੱਛੀ ਬਚ ਜਾਏ, ਲੇਕਿਨ ਇਹਨਾਂ ਧਾਰਮਿਕ ਲੋਕਾਂ ਤੋਂ ਜਿਹੜੇ ਬਨਾਵਟੀ ਨੇ, ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਤੋਂ ਕਿਵੇਂ ਬਚ ਜਾਓਗੇ? ਕਿੰਨਾ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ, ਕਿੰਨਾ ਧਰਮ ਤੋਂ ਉਲਟ, ਗੁਰਬਾਣੀ ਤੋਂ ਉਲਟ ਕਿਤਨੇ ਕਰਮ ਕੀਤੇ ਜਾ ਰਹੇ ਨੇ। ਇਹ ਤੁਸੀਂ ਜਪਜੀ ਸਾਹਿਬ ਜੀ ਦੇ ਰਾਹੀਂ ਵੇਖ ਹੀ ਲਿਆ ਹੈ। ਜਦੋਂ ਆਪ ਅੱਗੇ ਜਪਜੀ ਸਾਹਿਬ ਦੀਆਂ ਪੌੜੀਆਂ ਵਿਚਾਰੋਗੇ, ਅੱਗੇ ਰਹਿਰਾਸ ਹੈ, ਸੋਹਿਲਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੋਰ ਹੈ, ਜਾਂ ਆਸਾ ਕੀ ਵਾਰ, ਕਿੰਨਾ ਕੁਛ ਅਸੀਂ ਵਿਚਾਰਿਆ ਨਾ, ਕਿੰਨਾ ਕੁਛ ਖੁਦ ਅਸੀਂ ਕਰ ਰਹੇ ਹਾਂ ਨਾ, ਤੇ ਅਸੀਂ ਠੱਗੇ ਹੀ ਪਏ ਹਾਂ। ਜੇ ਅੰਦਰ ਸੱਚ ਵਸਦਾ ਹੁੰਦਾ, ਜੇ ਅੰਦਰ ਗੁਰੂ ਦੀ ਸੋਚ ਵਸਦੀ ਹੁੰਦੀ, ਤਾਂ ਇਮਾਨਦਾਰੀ ਦੇ ਨਾਲ ਜਵਾਬ ਆਪਣੇ ਆਪ ਨੂੰ ਦਿਓ, ਮੈਂ ਵੀ ਤੇ ਤੁਸੀਂ ਵੀ, ਕਿ ਸਾਡੀ ਜ਼ਿੰਦਗੀ ਐਸੀ ਹੁੰਦੀ, ਕਿ ਸਾਡੀ ਬੋਲਬਾਣੀ ਐਵੇਂ ਦੀ ਹੁੰਦੀ, ਕਿ ਸਾਡਾ ਜੀਵਨ, ਸਾਡੇ ਪਰਿਵਾਰ ਐਵੇਂ ਹੁੰਦੇ? ਨਾ, ਬਿਲਕੁਲ ਨਾ। ਹੋਰ ਕੁਛ ਹੋਣਾ ਸੀ, ਅਸੀਂ ਰੱਬ ਵਰਗੇ ਹੋਣਾ ਸੀ। ਇਸ ਲਈ ਸੋਚ ਦੇ ਅੰਦਰ ਵਸਾਣਾ ਹੈ, ਖੋਪੜੀ ਵਿੱਚ, ਮੈਂਟੈਲਿਟੀ ਵਿੱਚ, ਮਾਨਸਿਕਤਾ ਦੇ ਅੰਦਰ। ਗੁਰੂ ਜੀ ਕਹਿੰਦੇ ਨੇ, ਜਿਨ ਕੈ ਰਾਮ ਵਸੈ ਮਨ ਮਾਹੇ, ਉਹ ਨਾ ਮਰਦੇ ਨੇ ਆਤਮਕ ਮੌਤੇ, ਤੇ ਨਾ ਹੀ ਉਹ ਠੱਗੇ ਜਾਂਦੇ। ਹੁਣ ਜਿਹੜੀ ਐਸੀ ਅਵਸਥਾ ਹੈ, ਇੱਥੇ ਕੋਈ ਕੱਲਾ ਨਹੀਂ, ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ, ਕਿ ਰੱਬ ਕੱਲਾ ਮੇਰੇ ਦਾ ਹੀ ਹੋਏ, ਕਿ ਮੈਂ ਕਥਾ ਕਰਦਾ ਤੇ ਰੱਬ ਮੇਰਾ ਹੀ ਹੈ। ਨਾ, ਰੱਬ ਕਿਸੇ ਹਿੰਦੂ ਦਾ ਹੀ ਹੈ, ਜਾਂ ਸਿੱਖ ਦਾ ਹੀ ਹੈ, ਜਾਂ ਮੁਸਲਮਾਨ ਦਾ ਹੀ ਹੈ। ਨਾ, ਕਿਸੇ ਦੀ ਪਿਓ ਦੀ ਪ੍ਰੋਪਰਟੀ ਨਹੀਂ ਹੈ ਰੱਬ। ਆਪਨ ਬਾਪੈ ਨਾਹੀ ਕਿਸੀ ਕੋ, ਬਾਪੈ ਦਾ ਮਤਲਬ ਬਾਪ। ਰੱਬ ਕਿਸੇ ਦੇ ਪਿਓ ਦਾ ਨਹੀਂ। ਭਾਵਨ ਕੋ ਹਰ ਰਾਜਾ, ਰੱਬ ਤੇ ਉਹਦਾ ਹੈ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ, ਜਿਹੜਾ ਉਹਦੀ ਰਜ਼ਾ ਦੇ ਅੰਦਰ ਤੁਰਦਾ ਹੈ, ਯਾਨੀ ਸਾਰਿਆਂ ਦਾ ਉੱਤੇ। ਤਾਂ ਗੁਰੂ ਜੀ ਕਹਿੰਦੇ ਨੇ, ਤਿੱਥੈ ਭਗਤ ਵਸੈ ਕੇ ਲੋ, ਕਈ ਲੋਕਾਂ ਦੇ ਭਗਤ ਵਸਦੇ ਨੇ। ਜਿਵੇਂ 14 ਲੋਕ ਮੰਨੇ ਨੇ ਨਾ, ਕਿਤੇ 14 ਤਬਕ ਮੰਨੇ ਨੇ, ਕਿਤੇ 3 ਲੋਕ ਮੰਨੇ ਨੇ, ਯਾਨੀ ਪੂਰੀ ਜਗਤ ਦੇ, ਕਿਸੇ ਵੀ ਇਲਾਕੇ ਦਾ, ਕਿਸੇ ਵੀ ਦੇਸ਼ ਮਜ਼ਹਬ ਵਿੱਚ ਪੈਦਾ ਹੋਇਆ, ਕਿਸੇ ਵੀ ਰੰਗ ਨਸਲ ਦਾ, ਜਿਹਦੇ ਵੀ ਮਨ ਦੇ ਅੰਦਰ ਰੱਬ ਵਸ ਗਿਆ, ਉਹ ਇਸ ਅਵਸਥਾ ਦੇ ਅੰਦਰ ਜੀਵੇਗਾ। ਉਹਦੀ ਨਿਸ਼ਾਨੀ ਇਹ ਹੋਏਗੀ, ਉਹਦੀ ਨਿਸ਼ਾਨੀ ਇਹ ਹੋਏਗੀ, ਕਿਹੜੀ? ਕਿ ਉਹਦਾ ਮਨ ਸੀਤਾ ਹੋਏਗਾ, ਉਹ ਮਹਾਬਲੀ ਸੂਰਮਾ ਹੋਏਗਾ, ਉਹਨੂੰ ਰੱਬ ਤੋਂ ਇਲਾਵਾ ਹੋਰ ਕੋਈ ਦਿਸਦਾ ਨਹੀਂ ਹੋਏਗਾ, ਔਰ ਉਸਦੀ ਮਾਨਸਿਕਤਾ ਦੇ ਅੰਦਰ ਰੱਬੀ ਗੁਣ ਹੋਣਗੇ। ਉਹ ਕੇਵਲ ਗੁਣਾਂ ਬਾਰੇ ਬੋਲੇਗਾ, ਗੁਣਾਂ ਬਾਰੇ ਸੋਚੇਗਾ, ਗੁਣਾਂ ਵਾਲੀ ਉਹਦਾ ਵਿਹਾਰ ਹੋਏਗਾ। ਉਹ ਕਦੇ ਆਤਮਕ ਮੌਤੇ ਨਹੀਂ ਮਰੇਗਾ, ਔਰ ਉਸ ਬੰਦੇ ਨੂੰ ਕੋਈ ਵਿਕਾਰ ਠੱਗ ਨਹੀਂ ਪਾਏਗਾ। ਇਹ ਉਹਦੀ ਪੋਜੀਸ਼ਨ ਹੋਏਗੀ। ਔਰ ਉਹ ਕਿਸੇ ਵੀ ਦੇਸ਼ ਦਾ ਹੈ, ਕਿਸੇ ਵੀ ਥਾਂ ਦਾ ਰਹਿਣ ਵਾਲਾ ਹੈ, ਉਹਦੀ ਸੋਚ ਐਸੀ ਹੋਏਗੀ। ਇਹ ਕਿਸੇ ਇੱਕ ਦੇ ਨਾਲ ਰਿਲੇਟਡ ਨਹੀਂ ਕਿ ਇੱਕ ਬੰਦਾ ਹੀ ਹੋ ਸਕਦਾ, ਕੋਈ ਵੀ ਹੋ ਸਕਦਾ ਜਿਹੜਾ ਵੀ ਇਸ ਚੀਜ਼ ਨੂੰ ਅਪਣਾਏਗਾ। ਜਿਨ ਕੇ ਦਾ ਮਤਲਬ ਜਿਨ੍ਹਾਂ ਦੇ ਵੀ ਮਨ ਵਿੱਚ, ਮੈਂਟੈਲਿਟੀ ਵਿੱਚ ਰੱਬੀ ਗੁਣ ਵਸਣਗੇ, ਨਾ ਉਹ ਮਰੇਗਾ, ਨਾ ਉਹ ਠੱਗਿਆ ਜਾਏਗਾ। ਕਰਹਿ ਆਨੰਦ ਸੱਚਾ ਮਨ ਸੋਏ। ਕਰਹਿ ਦਾ ਮਤਲਬ ਕਰਦੇ ਨੇ, ਮਾਣਦੇ ਨੇ। ਉਹ ਫਿਰ ਐਸੇ ਜਿਹੜੇ ਮਨੁੱਖ ਮਾਤਰ ਨੇ, ਇਸਤਰੀਆਂ ਪੁਰਸ਼ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਕਰਹਿ ਆਨੰਦ। ਉਹ ਆਨੰਦ ਮਾਣਦੇ ਨੇ, ਖੁਸ਼ੀਆਂ ਮਾਣਦੇ ਨੇ। ਤੇ ਆਨੰਦ ਕੀ ਹੈ? ਦੇਖੋ, ਅਸੀਂ ਤੇ ਸਬਜ਼ੀ ਚੰਗੀ ਬਣੀ ਹੋਏ ਨਾ, ਅਸੀਂ ਕਹਿੰਦੇ ਆ ਵੀ ਆਨੰਦ ਆ ਗਿਆ ਅੱਜ ਤੇ ਜੇ 22 ਦੀ ਵੇ ਸਬਜ਼ੀ 'ਚ ਥੋੜਾ ਜਿਹਾ ਮਿਰਚਾਂ ਜ਼ਿਆਦੀਆਂ ਹੋ ਜਾਣ ਤੇ ਸਾਡਾ ਆਨੰਦ ਨਾਲ ਹੀ ਖਤਮ ਹੋ ਜਾਂਦਾ, ਤੇ ਅਸੀਂ ਥਾਲੀ ਉਹ ਮਾਰਨੇ ਆ ਪਾ ਕੇ, ਤੇ ਘਰ ਵਾਲੀ ਨੂੰ ਕਹਿੰਦਾ ਕਿ ਸਬਜ਼ੀ ਬਣਾਈਏ, ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਦਿੱਤੀ।
ਨਾਲ ਅਗਲੇ ਪਿਛਲੇ ਅਸੀਂ ਪੁਣਦੇ ਨੇ ਨਾ। ਆਨੰਦ ਸਾਡਾ ਤੇ ਸਾਡੇ ਤੇ ਆਨੰਦ ਹੀ ਇੱਥੇ ਖਲੋਤੇ ਨੇ। ਆਨੰਦ ਹੈ ਕੀ? ਆਨੰਦ ਉਸ ਮਾਨਸਿਕ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖੀ ਮਨ ਦੇ ਅੰਦਰ ਗਿਆਨ ਦਾ ਦੀਵਾ ਲਟ-ਲਟ ਕਰਕੇ ਬਲ ਪੈਂਦਾ, ਜਿੱਥੇ ਜਾ ਕੇ ਮਨੁੱਖੀ ਮਨ ਵਿੱਚ ਸਵਾਰਥ ਔਰ ਸੈਲਫਿਸ਼ਨੈਸ ਨਹੀਂ ਰਹਿੰਦੀ, ਜਿੱਥੇ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ, ਜਿੱਥੇ ਬੰਦਾ ਹਰ ਪਾਸੇ ਰੱਬੀ ਨੂਰ, ਉਹਦੇ ਜ਼ਹੂਰ, ਉਹਦੇ ਜ਼ਲਵੇ ਨੂੰ ਵੇਖਦਾ ਹੈ। ਉਹ ਆਨੰਦ ਦੀ ਅਵਸਥਾ ਹੈ, ਉਹ ਖੁਸ਼ੀ ਦੀ ਅਵਸਥਾ ਹੈ। ਤੇ ਗੁਰੂ ਜੀ ਕਹਿੰਦੇ ਨੇ ਕਰਹਿ ਆਨੰਦ, ਉਹ ਆਨੰਦ ਮਾਣਦੇ ਨੇ। ਕਿਉਂ? ਸੱਚਾ ਮਨ ਸੋਏ। ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਮਨ ਵਿੱਚ। ਸੋਏ ਦਾ ਮਤਲਬ ਸਾਰ ਲੈਣ ਵਾਲਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ, ਉਹਨਾਂ ਦੀ ਮੈਂਟੈਲਿਟੀ ਦੇ ਅੰਦਰ ਸਾਰ ਲੈਣ ਵਾਲਾ ਸੱਚਾ ਰੱਬ ਵਸਦਾ ਹੈ, ਇਸ ਕਰਕੇ ਆਨੰਦ ਮਾਣਦਾ। ਇਹਦਾ ਮਤਲਬ ਆਨੰਦ ਅਸੀਂ ਮਾਣ ਸਕਦੇ ਹਾਂ ਸਾਰੇ, ਮੈਂ ਵੀ ਮਾਣ ਸਕਦਾ, ਤੁਸੀਂ ਵੀ ਮਾਣ ਸਕਦੇ ਹੋ, ਪਰ ਉਹਦੇ ਵਾਸਤੇ ਇੱਕੋ ਹੀ ਸ਼ਰਤ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਹੈ, ਸੱਚ ਹੈ ਉਹਨਾਂ ਦੇ ਮਨ ਵਿੱਚ, ਔਰ ਸਾਰ ਲੈਣ ਵਾਲਾ ਹੈ। ਜਿਹਦੇ ਅੰਦਰ ਸਾਰ ਲੈਣ ਵਾਲਾ ਰੱਬ ਵਸੇਗਾ ਨਾ, ਉਹ ਦੂਜਿਆਂ ਦੀ ਸਾਰ ਲਵੇਗਾ। ਰੱਬ ਸਾਰਿਆਂ ਦੀ ਸਾਰ ਲੈਂਦਾ ਨਾ। ਤੇ ਅਸੀਂ ਤੇ ਕਦੀ ਆਪਣੇ ਗੁਆਂਢੀਆਂ ਦੀ ਸਾਰ ਨਹੀਂ ਲਈ, ਅਸੀਂ ਆਪਣੇ ਪੜੋਸੀਆਂ ਦੀ ਸਾਰ ਤੱਕ ਨਹੀਂ ਲਈ। ਬੱਚੇ ਆਪਣੇ ਮਾਂ-ਬਾਪ ਦੀ ਸਾਰ ਨਹੀਂ ਲੈ ਰਹੇ, ਬੰਦਾ ਆਪਣੇ ਭੈਣਾਂ ਭਰਾਵਾਂ ਦੀ ਸਾਰ ਨਹੀਂ ਲੈਂਦਾ। ਕਹਿੰਦੇ ਨੇ ਨਾ, ਦੇਖੋ ਸਭ ਤੋਂ ਜ਼ਿਆਦਾ ਬੱਚਿਆਂ ਦੇ ਨਾਲ ਪਿਆਰ ਵੈਸੇ ਹਰ ਮਾਂ-ਬਾਪ ਕਰਦਾ ਹੈ, ਪਰ ਬਾਂਦਰੀ ਜਿਹੜੀ ਨਾ, ਬਾਂਦਰੀ, ਉਹ ਆਪਣੇ ਮਰੇ ਬੱਚੇ ਨੂੰ ਛਾਤੀ ਨਾਲ ਲਾਈ ਫਿਰਦੀ ਜਦੋਂ ਤੱਕ ਉਹਦਾ ਦੂਜਾ ਬੱਚਾ ਨਹੀਂ ਹੁੰਦਾ, ਮਰੇ ਨੂੰ ਵੀ ਚੁੱਕੀ ਫਿਰ। ਤੇ ਕਹਿੰਦੇ ਨੇ ਕਿਤੇ ਰੇਤੇ ਦੇ ਵਿੱਚ ਪੈਰ ਸੜੇ ਸਨ ਨਾ, ਤੇ ਬਾਂਦਰੀ ਨੇ ਆਪਣਾ ਬੱਚਾ ਹੀ ਲਾ ਕੇ ਥੱਲੇ ਪੈਰਾਂ ਤੇ ਧਰ ਲਿਆ ਸੀ। ਪਤਾ ਤੇ ਉਦੋਂ ਲੱਗਦਾ ਨਾ ਜਦੋਂ ਪੈਰਾਂ ਨੂੰ ਸੇਕ ਲੱਗੇ, ਤੇ ਉਦੋਂ ਕੋਈ ਤਿਆਗ ਕਰੇ। ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਮਨ ਦੇ ਅੰਦਰ ਸੱਚਾ ਹੁੰਦਾ ਹੈ, ਤੇ ਉਹ ਆਨੰਦ ਮਾਣਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੱਚ ਹੈ। ਉਹ ਆਨੰਦ ਮਾਣਦੇ ਨੇ। ਆਨੰਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਤੇ ਇਹ ਆਨੰਦ ਉਹਨਾਂ ਦੀ ਜ਼ਿੰਦਗੀ ਵਿੱਚ ਬਣਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚ ਹੁੰਦਾ ਹੈ, ਔਰ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਦੂਜਿਆਂ ਦੀ ਵੀ ਸਾਰ ਲੈਂਦੇ ਨੇ, ਦੂਜਿਆਂ ਦੇ ਅੰਦਰ ਵੀ ਇਹ ਦਾਤ ਵੰਡਦੇ ਨੇ, ਪਰ ਵੰਡੇਗਾ ਤੇ ਉਹਨਾਂ ਦੀ ਤੇ ਆਪਣੇ ਅੰਦਰ ਹੋਏਗਾ। ਅਗਲਾ ਬਚਨ ਕਰਦੇ ਨੇ, ਸੱਚਖੰਡ ਵਸੈ ਨਿਰੰਕਾਰ। ਹੁਣ ਇਸ ਚੀਜ਼ ਨੂੰ ਧਿਆਨ ਦੇ ਨਾਲ ਅਸਾਂ ਸਮਝਣ ਦਾ ਯਤਨ ਕਰਨਾ ਹੈ। ਸੱਚਖੰਡ ਦਾ ਮਤਲਬ ਸੱਚ ਦੇ ਖੰਡ ਵਿੱਚ। ਜਿਵੇਂ ਧਰਮਖੰਡ ਸੀ, ਤਾਂ ਇਹ ਕੋਈ ਕਈ ਲੋਕਾਂ ਨੇ, ਵਿਦਵਾਨ ਵੀਰਾਂ ਨੇ ਟੀਕਾ ਕਰਦਿਆਂ ਨਾ ਐਸੀ ਵਿਚਾਰ ਦਿੱਤੀ ਹੈ ਕਿ ਆਤਮਾ ਜਿਹੜੀ ਹੈ ਮਰਨ ਤੋਂ ਬਾਅਦ ਟਰੈਵਲ ਕਰਦੀ ਹੈ। ਪਹਿਲਾ ਧਰਮਖੰਡ ਹੈ, ਫਿਰ ਉੱਤੇ ਗਿਆਨ ਖੰਡ ਹੈ, ਉੱਤੇ ਸਰਮਖੰਡ ਹੈ, ਫਿਰ ਕਰਮਖੰਡ, ਤੇ ਉੱਤੇ ਫਿਰ ਸੱਚਖੰਡ। ਇਹ ਚੀਜ਼ ਨਹੀਂ ਹੈ, ਕਿਉਂਕਿ ਅਸੀਂ ਇਹਦੇ ਬਾਰੇ ਵਿਚਾਰ ਕਰ ਰਹੇ ਹਾਂ। ਇੱਕ ਸੋਚ ਹੈ। ਧਰਮਖੰਡ ਕਿਹਨੂੰ ਕਹਿੰਦੇ ਨੇ? ਜਿੱਥੇ ਬੰਦਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ। ਗਿਆਨ ਖੰਡ ਜਿਹੜਾ ਗਿਆਨ ਦੀ ਅਵਸਥਾ ਵਿੱਚ ਜੀ ਰਿਹਾ ਹੈ। ਸਰਮਖੰਡ ਦਾ ਮਤਲਬ ਮਿਹਨਤ ਕਰਨ ਵਾਲੀ ਅਵਸਥਾ, ਜਿੱਥੇ ਬੰਦਾ ਘਾਲ ਕਮਾਈ ਕਰਦਾ ਹੈ। ਕਰਮਖੰਡ ਦਾ ਮਤਲਬ ਕਿ ਜਿੱਥੇ ਬੰਦਾ ਉਹ ਕਰਮ ਕਰੇ ਜਿਨ੍ਹਾਂ ਕਰਮਾਂ ਤੋਂ ਖੁਸ਼ ਹੋ ਕੇ ਇਹਨੂੰ ਬਖਸ਼ਿਸ਼ ਮਿਲ ਜਾਏ, ਕਿ ਉਸ ਚੀਜ਼ ਦਾ ਪਾਤਰ ਬਣ ਜਾਏ। ਤੇ ਸੱਚਖੰਡ ਦਾ ਮਤਲਬ ਉਹ ਖੰਡ, ਉਹ ਟੁਕੜਾ ਜਿਹਦੇ ਵਿੱਚ ਸੱਚ ਵਸਦਾ ਹੈ। ਖੰਡ ਦੇ ਡੱਡੇ ਨਾਲ ਸਿਹਾਰੀ ਨਾ, ਖੰਡ ਵਿੱਚ। ਖੰਡ ਦਾ ਮਤਲਬ ਟੁਕੜਾ, ਸਰੀਰ, ਉਹ ਜਗ੍ਹਾ, ਅਸਥਾਨ। ਜਿਵੇਂ ਦੇਖੋ ਅਸੀਂ ਇਸ ਵੇਲੇ ਕਲਾਸ ਦੇ ਅੰਦਰ 60-70 ਵੀਰ ਭੈਣਾਂ ਕਰੀਬ ਬੈਠੇ, ਹਾਂਜੀ, ਤੇ ਇਹ 60-70 ਟੁਕੜੇ ਨੇ। ਮੈਂ ਇੱਕ ਵੱਖਰਾ ਟੁਕੜਾ ਵਾਂ, ਮੇਰਾ ਸਰੀਰ ਵੱਖਰਾ ਨਾ ਤੁਹਾਡੇ ਤੋਂ, ਤੁਹਾਡੇ ਵੱਖਰੇ ਵੱਖਰੇ ਸਰੀਰ ਨੇ। ਤੇ ਜਿਸ ਸਰੀਰ ਦੇ ਅੰਦਰ ਸੱਚ ਆ ਗਿਆ, ਉਹਨੂੰ ਕਹਿੰਦੇ ਨੇ ਸੱਚਖੰਡ। ਜਿਹਨੇ ਸੱਚ ਨੂੰ ਜਾਣ ਲਿਆ, ਸੱਚ ਵਾਲੀ ਅਵਸਥਾ, ਉਹਨੂੰ ਸੱਚਖੰਡ ਕਹਿ ਰਹੇ ਨੇ। ਜੇ ਚੀਜ਼ ਸਮਝ ਨਹੀਂ ਆਈ ਤੇ ਕੋਈ ਵੀਰ ਭੈਣ ਹੱਥ ਖੜਾ ਕਰ ਸਕਦੇ ਹੋ, ਮੈਨੂੰ ਦਿਸ ਜਾਏਗਾ, ਮੈਂ ਦੁਬਾਰਾ ਰਿਪੀਟ ਕਰ। ਹਾਂਜੀ, ਸੱਚਖੰਡ। ਸੱਚਖੰਡ ਦਾ ਮਤਲਬ ਜਿਹਦੇ ਮਨ ਦੇ ਅੰਦਰ ਸੱਚ ਵਸ ਗਿਆ, ਜਿਹੜਾ ਬੰਦਾ ਮਨ, ਬਚਨ ਔਰ ਕਰਮ ਕਰਕੇ ਸੱਚਾ ਹੋ ਗਿਆ, ਉਸ ਅਵਸਥਾ ਨੂੰ, ਉਸ ਮੈਂਟੈਲਿਟੀ ਨੂੰ ਸੱਚ ਕਹਿ ਰਹੇ। ਹਾਂ ਵੀਰ ਅਵਤਾਰ ਸਿੰਘ, ਆ ਗਈ ਸਮਝਣਾ? ਤੁਸੀਂ ਹੱਥ ਖੜਾ ਕੀਤਾ।
ਹੋਰ ਕੋਈ ਹੱਥ ਖੜਾ ਕਰ ਸਕਦੇ ਹੋ, ਕਿਉਂਕਿ ਇੱਥੋਂ ਅੱਗੇ ਜਾਣ ਤੋਂ ਪਹਿਲਾਂ ਅਨਮਿਊਟ ਨਾ ਹੋਇਓ, ਹੱਥ ਖੜਾ ਕਰ ਸਕਦੇ ਹੋ, ਜਿਸ ਕਰਕੇ ਚੀਜ਼ ਅਸੀਂ ਸਮਝ ਸਕੀਏ। ਠੀਕ ਹੈ। ਹਾਂ ਵੀਰ ਅਰਵਿੰਦਰ ਸਿੰਘ ਜੀ, ਜਿਵੇਂ ਤੁਸੀਂ ਹੋ ਤਾਂ ਤੁਸੀਂ ਮਨ, ਬਚਨ ਔਰ ਕਰਮ ਕਰਕੇ ਤੁਹਾਡੇ ਅੰਦਰ ਸੱਚ ਵਸ ਜਾਏ, ਤੁਹਾਡੀ ਮੈਂਟੈਲਿਟੀ ਵੀ ਸੱਚੀ ਹੋ ਜਾਏ, ਤੁਹਾਡੇ ਬੋਲ ਵੀ ਸੱਚੇ ਹੋ ਜਾਣ, ਤੁਹਾਡਾ ਵਿਹਾਰ ਵੀ ਸੱਚਾ ਹੋ ਜਾਏ, ਤਾਂ ਤੁਹਾਡਾ ਜੀਵਨ ਇੱਕ ਸੱਚ ਦਾ ਟੁਕੜਾ ਹੋ ਗਿਆ। ਇਹਨੂੰ ਕਵਾਂਗੇ ਸੱਚਖੰਡ, ਇੱਕ ਮੈਂਟੈਲਿਟੀ, ਇੱਕ ਅਵਸਥਾ, ਇੱਕ ਸੋਚ। ਸਮਝ ਆ ਗਈ ਜੀ? ਹਾਂ, ਜਿਹੜੀ ਇਹ ਸੋਚ ਹੈ ਨਾ ਸੱਚ ਵਾਲੀ, ਜਦੋਂ ਇਹ ਸੱਚ ਵਾਲੀ ਸੋਚ ਬਣ ਜਾਏ, ਇਹ ਸਾਰੇ ਉਤਲੇ ਕਰਮ ਅਪਣਾ ਕੇ ਸਚਿਆਰ ਹੋ ਗਏ, ਜਿਵੇਂ ਅਸੀਂ ਹੁਣ ਤੱਕ ਵਿਚਾਰ ਕਰਦੇ ਰਹੇ ਹਾਂ, ਐਸਾ ਜੀਵਨ ਬਣ ਗਿਆ, ਉਸ ਸੋਚ ਨੂੰ ਗੁਰੂ ਜੀ ਕਹਿ ਰਹੇ ਨੇ ਸੱਚਖੰਡ। ਜਿਹੜੀ ਸੱਚ ਵਾਲੀ ਸੋਚ ਹੈ, ਫਿਰ ਉੱਥੇ ਕੀ ਦਿਸਦਾ ਹੈ? ਵਸੈ ਨਿਰੰਕਾਰ। ਵਸੈ ਨਿਰੰਕਾਰ ਦਾ ਮਤਲਬ ਉਸ ਬੰਦੇ ਨੂੰ ਫਿਰ ਚਾਰ ਚਫੇਰੇ ਨਿਰੰਕਾਰ ਵਸਦਾ ਹੋਇਆ ਨਜ਼ਰੀ ਪੈਂਦਾ। ਸੱਚਖੰਡ ਦਾ ਮਤਲਬ ਜਿਸ ਦੇ ਸੋਚ ਸੱਚੀ ਹੋ ਗਈ ਮਨ ਬਚਨ ਕਰਮ ਕਰਕੇ, ਉਸ ਅਵਸਥਾ ਵਿੱਚ ਫਿਰ ਚਾਰ ਚਫੇਰੇ ਰੱਬ ਵਸਦਾ ਨਜ਼ਰੀ ਪੈਂਦਾ, ਫਿਰ ਹੋਰ ਨਹੀਂ ਕੋਈ ਦਿਸਦਾ। ਜਿਵੇਂ ਉੱਤੇ ਵੇਖਿਆ ਹੈ ਨਾ, ਉੱਥੇ ਕਰਮਖੰਡ ਕੀ ਬਾਣੀ ਜੋਰ, ਇੱਥੇ ਹੋਰ ਨਾ ਕੋਈ ਹੋਰ, ਉੱਥੇ ਫਿਰ ਹੋਰ ਨਹੀਂ ਕੋਈ ਦਿਸਦਾ। ਫਿਰ ਇੱਕ ਜੋਤ ਨਜ਼ਰੀ ਪੈਂਦੀ ਹੈ ਕਿ ਜੋ ਮੇਰੇ ਅੰਦਰ ਹੈ ਇਹ ਦੂਜਿਆਂ ਦੇ ਅੰਦਰ ਵੀ ਹੈ, ਜੋ ਮੇਰੀਆਂ ਭਾਵਨਾਵਾਂ ਨੇ ਉਹ ਦੂਜਿਆਂ ਦੀਆਂ ਭਾਵਨਾਵਾਂ। ਚਾਰ ਚੁਫੇਰੇ ਉਹਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਦਿਸਦਾ ਹੈ। ਇਸ ਅਵਸਥਾ ਤੇ ਹੀ ਜਦੋਂ ਆਪ ਗੁਰਬਾਣੀ ਨੂੰ ਲਗਾਤਾਰ ਪੜ੍ਹੋਗੇ ਨਾ, ਤਾਂ 35 ਦੇ 35 ਮਹਾਂਪੁਰਖ ਇੱਕੋ ਆਵਾਜ਼ ਵਿੱਚ ਕਹਿ ਰਹੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਓੰਕਾਰ ਕਿਉ ਇੱਕ ਹੀ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਗੁਰੂ ਅਮਰਦਾਸ ਜੀ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ, ਜੋ ਦਿਸੈ ਸੋ ਤੇਰਾ ਰੂਪ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਸਰਬ ਵਿਆਪਕਤਾ ਦੀ ਗੱਲ ਕਰਦੇ, ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਬਸੈ। ਭਗਤ ਕਬੀਰ ਜੀ ਵੀ ਇਹੋ ਹੀ ਗੱਲ ਕਹਿੰਦੇ ਨੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਿਕ, ਪੂਰ ਰਹਿਓ ਸਰਬ ਥਾਈ। ਬਾਬਾ ਫਰੀਦ ਜੀ ਵੀ ਇਹ ਗੱਲ ਕਹਿੰਦੇ ਨੇ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਕਿ ਜਦੋਂ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਤੇ ਮੰਦਾ ਕਿਹਨੂੰ ਕਹੋ। ਭਗਤ ਨਾਮਦੇਵ ਜੀ ਵੀ ਇਹ ਗੱਲ ਕਹਿੰਦੇ ਨੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਭਗਤ ਰਵਿਦਾਸ ਜੀ ਵੀ ਇਹੀ ਗੱਲ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇ ਭਾਈ ਨੰਦ ਲਾਲ ਸਿੰਘ ਜੀ ਗੋਇਆ ਵੀ ਇਹ ਗੱਲ ਕਹਿੰਦੇ ਨੇ, ਉਹ ਕਹਿੰਦਾ ਵੀ ਇਹ ਬੰਦਿਆ, ਜੇ ਤੇਰਾ ਦਿਲ ਸਿਆਣਾ ਹੋਵੇ ਨਾ, ਤੇ ਤੇਰਾ ਯਾਰ ਰੱਬ ਅੰਦਰ ਤੇਰੇ ਬੈਠਾ ਹੋਇਆ, ਬਾਹਰ ਨਹੀਂ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ। ਤੇ ਜੇ ਤੇਰੀ ਵੇਖਣ ਵਾਲੀ ਅੱਖ ਹੋਏ ਨਾ, ਚਾਰ ਚਫੇਰੇ ਤੇਰੇ ਯਾਰ ਦੇ ਦਰਸ਼ਨ ਹੋ ਰਹੇ ਨੇ। ਚਸਮ ਗਰ ਬੀਨਾ ਬਵਦ ਦਰ ਹਰ ਤਰਫ ਦੀਦਾਰ ਹਸਤ, ਹਰ ਪਾਸੇ ਉਹਦੇ ਦੀਦਾਰ ਨੇ। ਇਹਨੂੰ ਕਹਿੰਦੇ ਨੇ ਸੱਚਖੰਡ ਵਸੇ ਨਿਰੰਕਾਰ। ਸਾਡੇ ਵੀਰਾਂ ਨੇ, ਬਹੁਤਿਆਂ ਨੇ ਬਹੁਤ ਗਲਤ ਢੰਗ ਨਾਲ ਪ੍ਰਚਾਰਿਆ ਕਿ ਉੱਤੇ ਕੋਈ ਸੱਚਖੰਡ ਹੈ ਜਿੱਥੇ ਰੱਬ ਵਸਦਾ। ਐਸਾ ਕੋਈ ਸੱਚਖੰਡ ਨਹੀਂ ਹੈ, ਕਿਉਂਕਿ ਰੱਬ ਸਰਬ ਵਿਆਪਕ ਹੈ। ਘਟ ਘਟ ਮੈਂ ਹਰ ਜੂ ਵਸੇ ਦੀ ਗੱਲ ਹੈ, ਇੱਕ ਹੀ ਪਸਰਿਆ ਹੋਇਆ ਹੈ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੱਚਖੰਡ ਦਾ ਮਤਲਬ ਉਹ ਅਵਸਥਾ ਜਿੱਥੇ ਬੰਦਾ ਸੱਚ ਨੂੰ ਜਾਣ ਲੈਂਦਾ ਹੈ, ਫਿਰ ਜਿਹੜਾ ਸੱਚ ਨੂੰ ਜਾਣ ਲੈਂਦਾ ਉਹਨੂੰ ਚਾਰ ਚੁਫੇਰੇ ਨਿਰੰਕਾਰ ਵਸਦਾ ਹੋਇਆ ਨਜ਼ਰੀ ਪੈਂਦਾ। ਤੇ ਕੀ ਨਜ਼ਰੀ ਪੈਂਦਾ? ਕਰ ਕਰ ਵੇਖੈ ਨਦਰ ਨਿਹਾਲ। ਕਰ ਕਰ ਦਾ ਮਤਲਬ ਰਚ ਰਚ ਕੇ, ਵੇਖੇ ਦਾ ਮਤਲਬ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਉਹ ਸੱਚ ਦੇ ਨਾਲ ਜੁੜੇ ਹੋਏ ਇਨਸਾਨ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੋ ਰਚਨਹਾਰ ਹੈ, ਰਚ ਕੇ ਆਪ ਹੀ ਇਸ ਰਚਨਾ ਦੇ ਅੰਦਰ ਸੰਭਾਲ ਕਰ ਰਿਹਾ ਹੈ। ਹੁਣ ਦੇਖੋ, ਮੇਰੇ ਅੰਦਰ ਮੇਰੀ ਸੰਭਾਲ ਉਹ ਕਰ ਰਿਹਾ ਨਾ। ਮੈਂ ਰੋਟੀ ਖਾਣ ਵਾਸਤੇ ਤੇ ਟਰਾਈ ਕਰਨਾ, ਪਾਣੀ ਪੀਣ ਲਈ, ਕੱਪੜੇ ਪੀਣ ਲਈ, ਪਾਣ ਲਈ, ਪਰ ਕਦੇ ਤੁਸੀਂ ਯਾਦ ਰੱਖਿਆ ਵੀ ਤੁਹਾਡਾ ਦਿਲ ਧੜਕਿਆ ਕਿ ਨਹੀਂ ਅਗਲੀ ਧੜਕਣ?
ਹਾਲਾਂਕਿ ਦਿਲ ਜੇ ਇੱਕ ਵਾਰ ਧੜਕਣਾ ਬੰਦ ਕਰ ਦੇ ਬੰਦਾ ਮਰ ਜਾਏਗਾ। ਕਦੇ ਤੁਸੀਂ ਇਹ ਸੋਚਿਆ ਵੀ ਯਾਰ ਮੈਂ ਇੱਕ ਸਾਹ ਲੈ ਲਿਆ ਤੇ ਦੂਜਾ ਨਾ ਲਿਆ ਤੇ ਮੈਂ ਮਰ ਜਾਵਾਂਗਾ? ਆਪਣੇ ਆਪ ਆ ਰਿਹਾ ਨਾ, ਖੂਨ ਸਰਕਲ ਸਾਰਾ ਕੁਝ ਸੰਭਾਲ ਹੋ ਤੇ ਰਹੀ ਹੈ, ਰੁੱਖਾਂ ਦਰਖਤਾਂ ਦੇ ਵਿੱਚ ਸੰਭਾਲ ਹੋ ਤੇ ਰਹੀ ਹੈ। ਉਹ ਬੰਦਾ ਫਿਰ ਇਸ ਚੀਜ਼ ਨੂੰ ਸਮਝ ਲੈਂਦਾ ਹੈ, ਨਦਰ ਨਿਹਾਲ ਕਿ ਉਹ ਨਦਰ ਦੇ ਨਾਲ ਨਿਹਾਲ ਕਰ ਰਿਹਾ ਹੈ, ਚਾਰ ਚੁਫੇਰੇ ਉਹਦੀ ਰਹਿਮਤ ਬਰਸ ਰਹੀ, ਉਹਨੂੰ ਇਹ ਸਮਝ ਆ ਜਾਂਦੀ। ਔਰ ਹਕੀਕਤ ਹੈ, ਕਦੇ ਤੁਸੀਂ ਵੈਰ ਵਿਰੋਧ ਈਰਖਾ ਦਵੇਸ਼ ਹੰਕਾਰ ਤੋਂ ਰਹਿਤ ਹੋ ਕੇ ਬਾਹਰ ਕਿਤੇ ਕੁਦਰਤ ਦੇ ਅੰਦਰ ਚਲੇ ਜਾਓ ਤੇ ਤੁਸੀਂ ਕਿਸੇ ਇੱਕ ਫੁੱਲ ਨੂੰ ਦੇਖੋਗੇ ਤੇ ਤੁਸੀਂ ਐਨ ਖੁਸ਼ੀ ਦੇ ਨਾਲ ਉਛਲ ਤੁਹਾਨੂੰ ਕੋਇਲ ਦੀ ਕੁਹੂ ਕੁਹੂ ਮੋਹ ਲਵੇਗੀ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਹਰ ਚੀਜ਼ ਤੁਹਾਨੂੰ ਵਿਸਮਾਦ ਵਿੱਚ ਲੈ ਜਾਏ। ਅਗਲਾ ਬਚਨ ਕਰਦੇ ਨੇ, ਤਿੱਥੇ ਖੰਡ ਮੰਡਲ ਵਰਪੰਡ, ਉਹ ਜਿਹੜੀ ਸੱਚਖੰਡ ਵਾਲੀ ਅਵਸਥਾ ਹੈ, ਇਹ ਨਹੀਂ ਕਿ ਉੱਤੇ ਸੱਚਖੰਡ ਵਿੱਚ। ਦੇਖੋ ਹੁਣ ਇਹ ਚੀਜ਼ ਬਿਲਕੁਲ ਸਪਸ਼ਟ ਹੋ ਰਹੀ ਹੈ। ਉਸ ਅਵਸਥਾ ਵਿੱਚ ਜਦੋਂ ਤੁਹਾਡੇ ਮਨ ਦੀ ਸੋਚ ਇਹ ਬਣਦੀ ਹੈ, ਜਦੋਂ ਸਾਡੇ ਅੰਦਰੋਂ ਈਰਖਾ ਦਵੇਸ਼ ਖਤਮ ਹੋ ਕੇ ਅਸੀਂ ਸੱਚ ਦੇ ਅੰਦਰ ਸਮਾ ਜਾਂਦੇ ਹਾਂ, ਅੰਦਰ ਗਿਆਨ ਦੀ ਅਵਸਥਾ ਬਣਦੀ ਹੈ ਤੇ ਸਮਝ ਪੈਂਦੀ ਹੈ ਵੀ ਤਿੱਥੇ ਖੰਡ ਮੰਡਲ ਵਰਪੰਡ, ਉੱਥੇ ਫਿਰ ਦਿਸਦਾ ਹੈ ਕਿ ਅਨੇਕਾਂ ਖੰਡ ਨੇ, ਟੁਕੜੇ ਨੇ ਧਰਤੀ ਦੇ, ਅਨੇਕਾਂ ਮੰਡਲ ਨੇ, ਅਨੇਕਾਂ ਬ੍ਰਹਿਮੰਡ ਨੇ, ਕੋਈ ਇੱਕ ਬ੍ਰਹਿਮੰਡ ਨਹੀਂ, ਅਨੰਤ ਬ੍ਰਹਿਮੰਡ। ਅਸੀਂ ਕਹਿੰਦੇ ਨਾ ਸਾਡਾ ਇੱਕ ਬ੍ਰਹਿਮੰਡ ਹੈ ਜਿਹਦੇ ਵਿੱਚ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਇੱਕ ਧਰਤੀ ਹੈ, ਆਕਾਸ਼ ਗੰਗਾ ਹੈ, ਇਹ ਸਾਡਾ ਆਪਣਾ ਇੱਕ ਬ੍ਰਹਿਮੰਡ ਹੈ। ਪਰ ਇੱਕ ਬ੍ਰਹਿਮੰਡ ਨਹੀਂ ਹੈ। ਆਪ ਦੇ ਵਿੱਚੋਂ ਸਾਰਿਆਂ ਨੇ ਵੇਖਿਆ ਹੈ ਨਾ, ਬਹੁਤਿਆਂ ਨੇ ਉਹ ਫੈਂਟਾਸਟਿਕ ਟ੍ਰਿਪ, ਤੇ ਸਾਡੇ ਇਸ ਬ੍ਰਹਿਮੰਡ ਦੀ ਤੇ ਹੋਂਦ ਹੀ ਨਹੀਂ, ਇਹ ਤੇ ਕਿਤੇ ਜਾ ਕੇ ਇੱਕ ਬਿੰਦੂ ਵਰਗਾ ਵੀ ਨਹੀਂ ਦਿਸਦਾ। ਸਾਡੀ ਆਕਾਸ਼ ਗੰਗਾ ਜਿਹੜੀ ਹੈ, ਮਿਲਕੀ ਵੇ, ਇਹ ਤੇ ਕਿਤੇ ਨਜ਼ਰ ਵੀ ਨਹੀਂ ਪੈਂਦੀ, ਪਤਾ ਹੀ ਨਹੀਂ ਲੱਗਦਾ ਕਿ ਗਈ ਕਿੱਧਰ। ਕਿਤਨੀਆਂ ਆਕਾਸ਼ ਗੰਗਾਵਾਂ ਭੁਆਂਟਲੀਆਂ ਲੈ ਰਹੀਆਂ ਨੇ, ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ। ਇਹ ਉੱਥੇ ਦੀ ਗੱਲ ਹੈ ਜਦੋਂ ਬੰਦਾ ਸੱਚ ਦੇ ਨਾਲ ਜੁੜਦਾ ਹੈ, ਜਦੋਂ ਇਹਦੀ ਸੱਚ ਨੂੰ ਜਾਣਨ ਵਾਲੀ ਅਵਸਥਾ ਬਣਦੀ ਹੈ, ਜਦੋਂ ਇਹ ਯੂਨੀਵਰਸਲ ਟਰੁੱਥ ਨੂੰ ਜਾਣਦਾ ਹੈ, ਜਦੋਂ ਇਹ ਵਿਆਪਕ ਸੱਚ ਨੂੰ ਜਾਣਦਾ ਹੈ, ਜਦੋਂ ਇਹਨੂੰ ਯਥਾਰਥ ਗਿਆਨ ਹੁੰਦਾ ਹੈ, ਤਾਂ ਇਹਨੂੰ ਸਮਝ ਪੈਂਦੀ ਹੈ ਉਸ ਸੱਚਖੰਡ ਵਾਲੀ ਅਵਸਥਾ ਵਿੱਚ ਕਿ ਅਨੰਤ ਖੰਡ ਮੰਡਲ ਬ੍ਰਹਿਮੰਡ ਨੇ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਕਿ ਜੇ ਕੋਈ ਉਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਕਥਨਾ ਚਾਹੇ, ਗਿਣਨਾ ਚਾਹੇ, ਤਾਂ ਉਹਦਾ ਕੋਈ ਅੰਤ ਨਹੀਂ ਹੈ। ਇਹਦੇ ਬਾਰੇ ਅਸੀਂ ਪਿੱਛੇ ਵਿਚਾਰ ਆਏ ਹਾਂ, ਕਿਵੇਂ ਗਿਣੋਗੇ? ਕਿ ਖੰਡ ਮੰਡਲ ਬ੍ਰਹਿਮੰਡ ਗਿਣੇ ਜਾ ਸਕਦੇ ਨੇ, ਜੀਵ ਜੰਤ ਗਿਣੇ ਜਾ ਸਕਦੇ ਨੇ, ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼, ਕਿੰਨੇ ਚੰਦਰਮਾ, ਕਿੰਨੇ ਸੂਰਜ, ਇਹਦਾ ਕੋਈ ਅੰਤ ਹੀ ਨਹੀਂ ਹੈ। ਅਨੰਤ ਅਨੰਤ ਨੇ ਜੇ ਕੋਈ ਕਥਨਾ ਚਾਹੇ ਤਾਂ ਉਹਦਾ ਅੰਤ ਨਹੀਂ ਪੈਂਦਾ। ਇਸ ਗੱਲ ਦੀ ਸਮਝ ਸੱਚਖੰਡ ਵਾਲੀ ਅਵਸਥਾ ਵਿੱਚ ਆਉਂਦੀ ਹੈ, ਜਦੋਂ ਬੰਦਾ ਯਥਾਰਥ ਸੱਚ ਨੂੰ ਜਾਣ ਲੈਂਦਾ ਹੈ। ਤਿੱਥੇ ਲੋ ਲੋ ਆਕਾਰ, ਲੋ ਦਾ ਮਤਲਬ ਲੋਕ, ਜਿਵੇਂ ਕਈਆਂ ਨੇ 3 ਲੋਕ ਹੀ ਮੰਨੇ ਨੇ, ਆਕਾਸ਼, ਸਵਰਗ ਔਰ ਪਤਾਲ ਵਗੈਰਾ, ਕਈਆਂ ਨੇ 14 ਲੋਕ ਮੰਨੇ ਨੇ, ਕਿਸੇ ਨੇ 18 ਤਵ, ਯਾਨੀ ਲੋਕ ਦਾ ਮਤਲਬ ਤਿੱਥੇ ਲੋ ਲੋ ਆਕਾਰ, ਆਕਾਰ ਦਾ ਮਤਲਬ ਜੋ ਸਰੀਰ ਨੇ, ਚਾਹੇ ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਧਰਤੀ ਤੱਕ, ਜੋ ਵੀ ਇਸ ਦੁਨੀਆ ਦੇ ਵਿੱਚ ਆਕਾਰ ਹੈ, ਯਾਨੀ ਅਨੰਤ ਅਨੰਤ ਉੱਥੇ ਲੋਕ ਨੇ, ਅਨੰਤ ਆਕਾਰ ਨੇ, ਹਰ ਸ਼ੈ ਅਨੰਤ ਅਨੰਤ ਹੈ, ਕਿਸੇ ਚੀਜ਼ ਦਾ ਵੀ ਅੰਤ ਨਹੀਂ ਹੈ। ਇਹ ਸਮਝ ਕਦੋਂ ਪੈਂਦੀ ਹੈ? ਜਦੋਂ ਸੱਚ ਦਾ ਇਹ ਖੰਡ ਬਣਦਾ ਹੈ, ਜਦੋਂ ਸਾਡੇ ਅੰਦਰ ਸੱਚ ਵਸ ਜਾਂਦਾ ਹੈ। ਤੇ ਨਾਲ ਫਿਰ ਇੱਕ ਸਮਝ ਪੈਂਦੀ ਹੈ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਜਿਤਨੇ ਵੀ ਖੰਡ ਮੰਡਲ ਬ੍ਰਹਿਮੰਡ ਨੇ, ਜਿਵੇਂ ਜਿਵੇਂ ਹੁਕਮ ਹੈ ਨਾ, ਤਿਵੇਂ ਤਿਵੇਂ ਉਹ ਕਾਰ ਕਰਦੇ ਨੇ, ਹੁਕਮ ਤੋਂ ਬਾਹਰ ਨਹੀਂ। ਤੇ ਹੁਕਮ ਦਾ ਮਤਲਬ ਇਹ ਨਹੀਂ ਕਿ ਰੱਬ ਉੱਤੇ ਬੈਠਾ ਕਿਤੇ ਵੱਖਰਾ ਹੁਕਮ ਦੇ ਰਿਹਾ ਹੈ, ਵੱਖਰਾ ਰੱਬ ਤਾਂ ਹੈ ਨਹੀਂ, ਸਮਾਇਆ ਹੋਇਆ ਹੈ। ਹੁਕਮ ਦਾ ਮਤਲਬ ਸਿਸਟਮ। ਬਿਨਾ ਅਨਮਿਊਟ ਰਹਿ ਕੇ ਹੀ ਸਾਰੇ ਬੋਲੋ, ਹੁਕਮ ਦਾ ਮਤਲਬ ਸਿਸਟਮ। ਸਿਸਟਮ, ਉਹ ਸਿਸਟਮ ਦੇ ਅੰਦਰ ਕਾਰ ਕਰ ਰਹੀ ਹਰ ਚੀਜ਼, ਚਾਹੇ ਉਹ ਮੈਂ ਹਾਂ ਜਾਂ ਤੁਸੀਂ ਹੋ, ਚਾਹੇ ਕੋਈ ਨਿੱਕੀ ਜਿਹੀ ਕੀੜੀ ਹੈ ਜਾਂ ਵੱਡੀ ਸਾਰੀ ਧਰਤੀ ਹੈ, ਜਾਂ ਇਹ ਪੂਰਾ ਯੂਨੀਵਰਸ ਹੈ, ਇਹ ਸਭ ਕੁਝ ਕਿਸੇ ਸਿਸਟਮ ਦੇ ਅੰਦਰ ਹੈ, ਕਾਇਦੇ ਕਾਨੂੰਨ ਦੇ ਅੰਦਰ ਹੈ, ਨੇਮ ਨੇ ਨੇਚਰ ਦੇ।
ਉਹਨੂੰ ਚਾਹੇ ਲਾ ਆਫ ਨੇਚਰ ਕਹੋ ਜਾਂ ਲਾ ਆਫ ਫਿਜ਼ਿਕਸ ਕਹੋ। ਮਤਲਬ ਲਾ ਆਫ ਨੇਚਰ ਦਾ ਮਤਲਬ ਕਿ ਪੂਰੇ ਯੂਨੀਵਰਸ ਦਾ ਜੋ ਨਿਯਮ ਹੈ, ਨਿਯਮਾਵਲੀ ਹੈ, ਉਹਦੇ ਅੰਦਰ ਕੰਮ ਕਰ ਰਿਹਾ। ਇਹ ਚੀਜ਼ ਸਮਝ ਆ ਜਾਂਦੀ। ਵੇਖੈ ਵਿਗਸੈ ਕਰ ਵਿਚਾਰ। ਬੰਦਾ ਫਿਰ ਇਸ ਚੀਜ਼ ਨੂੰ ਵੇਖਦਾ ਹੈ, ਰੱਬ ਦਾ ਪਿਆਰਾ। ਵਿਗਸੈ ਖੁਸ਼ ਹੁੰਦਾ ਹੈ। ਕਰ ਵਿਚਾਰ ਦਾ ਮਤਲਬ ਵਿਚਾਰ ਕਰ। ਇਹਦੇ ਅਰਥ ਦੋ ਤਰ੍ਹਾਂ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ ਕਿ ਰੱਬ ਆਪਣੇ ਇਸ ਕੀਤੇ ਹੋਏ ਨੂੰ ਆਪ ਹੀ ਵੇਖਦਾ ਹੈ, ਰਚਦਾ ਹੈ। ਵੇਖਦਾ ਦਾ ਮਤਲਬ ਸੰਭਾਲ ਕਰਦਾ ਹੈ ਤੇ ਇਹਦੀ ਵਿਚਾਰ ਕਰਦਾ ਹੈ, ਔਰ ਵਿਚਾਰ ਕਰਦਾ ਹੋਇਆ ਵਿਕਸਿਤ ਹੈ, ਖੁਸ਼ ਹੈ, ਪ੍ਰਸੰਨ ਹੈ, ਖੇੜੇ ਵਿੱਚ ਹੈ। ਇਥੋਂ ਦੋ ਚੀਜ਼ਾਂ ਨਿਕਲਦੀਆਂ ਨੇ। ਸਾਡੇ ਹਰ ਕਰਮ ਦੀ ਵਿਚਾਰ ਹੋ ਰਹੀ ਹੈ ਔਰ ਉਹਦਾ ਫਲ ਮਿਲ ਰਿਹਾ ਹੈ। ਤੇ ਇਹ ਨਹੀਂ ਕਿ ਫਲ ਮਰਨ ਤੋਂ ਬਾਅਦ ਮਿਲੇਗਾ, ਨਾਲ ਦੇ ਨਾਲ ਮਿਲ ਰਿਹਾ ਹੈ, ਨਾਲ ਦੇ ਨਾਲ ਵਿਚਾਰ ਹੋ ਰਹੀ ਹੈ। ਇਹ ਅਸੀਂ ਕੰਟੀਨਿਊ ਵਿਚਾਰਦੇ ਆ ਰਹੇ ਹਾਂ। ਜੇ ਕੋਈ ਬੱਚਾ ਠੀਕ ਪੜ੍ਹ ਰਿਹਾ ਹੈ ਤਾਂ ਇਹ ਕੁਦਰਤ ਦਾ ਕਾਨੂੰਨ ਉਹਨੂੰ ਵਿਚਾਰੀ ਜਾ ਰਿਹਾ ਹੈ, ਨਾਲ ਦੇ ਨਾਲ ਉਹਨੂੰ ਫਲ ਮਿਲਦਾ ਹੈ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ। ਤੇ ਜੇ ਕੋਈ ਬੱਚਾ ਠੀਕ ਤਰ੍ਹਾਂ ਪੜ੍ਹਾਈ ਨਹੀਂ ਕਰਦਾ ਤਾਂ ਉਹ ਨਾ ਸਮਝੇ ਕਿ ਮੇਰੀ ਵਿਚਾਰ ਨਹੀਂ ਹੋ ਰਹੀ, ਸਿਸਟਮ ਵਿਚਾਰ ਰਿਹਾ ਹੈ, ਉਹ ਫੇਲ ਹੋ ਜਾਂਦਾ ਹੈ। ਜੇ ਅਸੀਂ ਅੰਦਰੇ ਅੰਦਰ ਕਿਸੇ ਨਾਲ ਈਰਖਾ ਕਰਦੇ ਹਾਂ ਤਾਂ ਅਸੀਂ ਮਤ ਸਮਝੀਏ ਕਿ ਸਾਡੀ ਵਿਚਾਰ ਨਹੀਂ ਹੋ ਰਹੀ, ਸਾਡੇ ਅੰਦਰ ਉਹ ਸਿਸਟਮ ਵਿਚਾਰ ਰਿਹਾ ਹੈ। ਸਾਡੀ ਖੁਸ਼ੀ ਉਦੋਂ ਖਤਮ ਹੋ ਜਾਂਦੀ ਹੈ, ਅਸੀਂ ਅੰਦਰੇ ਅੰਦਰ ਸੜੀ ਜਾਂਦੇ ਹਾਂ। ਤੇ ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ ਨਾ, ਅੰਦਰ ਪਿਆਰ ਦੀ ਭਾਵਨਾ ਹੁੰਦੀ ਹੈ, ਤਾਂ ਮਤ ਸਮਝੋ ਕਿ ਵਿਚਾਰ ਨਹੀਂ ਹੋ ਰਹੀ, ਅੰਦਰਲਾ ਸਿਸਟਮ ਵਿਚਾਰ ਰਿਹਾ ਹੈ। ਉਦੋਂ ਤੁਸੀਂ ਖੁਸ਼ ਹੁੰਦੇ ਹੋ, ਉਦੋਂ ਤੁਸੀਂ ਪ੍ਰਸੰਨ ਹੁੰਦੇ ਹੋ। ਇਹ ਨਾਲ ਦੇ ਨਾਲ ਸਾਰਾ ਕੁਝ ਰੱਬ ਇਸ ਕਾਇਨਾਤ ਦੇ ਅੰਦਰ ਸਮਾਇਆ ਹੋਇਆ ਹੈ। ਇਸ ਕਾਇਨਾਤ ਦੀ ਥੋੜੀ ਵਿਚਾਰ ਕਰੋ ਨਿਸ਼ਪਕਸ਼ ਹੋ ਕੇ। ਇਹਨੂੰ ਨਿਸ਼ਪਕਸ਼ ਹੋ ਕੇ ਵੇਖੋ। ਜਦੋਂ ਨਿਸ਼ਪਕਸ਼ ਹੋ ਕੇ ਵਿਚਾਰ ਕਰੋਗੇ, ਨਿਸ਼ਪਕਸ਼ ਹੋ ਕੇ ਇਹਨੂੰ ਵੇਖੋਗੇ, ਫਿਰ ਅੰਦਰ ਖੇੜਾ ਆਏਗਾ, ਫਿਰ ਅੰਦਰ ਪ੍ਰਸੰਨਤਾ ਆਏਗੀ। ਫਿਰ ਇੱਥੇ ਗਮੀਆਂ ਦੀ ਕੋਈ ਜਗ੍ਹਾ ਹੀ ਨਹੀਂ ਹੈ, ਇੱਥੇ ਦੁੱਖਾਂ ਦੀ ਕੋਈ ਜਗ੍ਹਾ ਨਹੀਂ ਹੈ। ਹੋਂਦ ਸੁੱਖਾਂ ਦੀ ਹੈ, ਦੁੱਖ ਤਾਂ ਸੁੱਖ ਦੀ ਅਣਹੋਂਦ ਕਰਕੇ ਹੈ। ਇੱਥੇ ਚਿੰਤਾ ਦੀ ਕੋਈ ਜਗ੍ਹਾ ਨਹੀਂ ਹੈ, ਜਗ੍ਹਾ ਕੇਵਲ ਖੁਸ਼ੀ ਦੀ ਹੈ। ਚਿੰਤਾ ਫਿਰ ਕੀ ਹੈ? ਖੁਸ਼ੀ ਦੀ ਅਣਹੋਂਦ ਦਾ ਨਾਮ ਚਿੰਤਾ ਹੈ। ਸੁੱਖ ਦੀ ਅਣਹੋਂਦ ਦਾ ਨਾਮ ਦੁੱਖ ਹੈ। ਹੋਂਦ ਕੇਵਲ ਚਾਨਣੇ ਦੀ ਹੈ, ਹਨੇਰਾ ਚਾਨਣੇ ਦੀ ਅਣਹੋਂਦ ਦਾ ਨਾਮ ਹੈ। ਜਿੱਥੇ ਚਾਨਣ ਨਹੀਂ ਹੁੰਦਾ ਉੱਥੇ ਹਨੇਰਾ ਹੋ ਜਾਂਦਾ ਹੈ, ਜਿੱਥੇ ਸੁੱਖ ਨਹੀਂ ਹੁੰਦਾ ਉੱਥੇ ਦੁੱਖ ਆ ਜਾਂਦਾ ਹੈ। ਕੁਦਰਤ ਦਾ ਨਿਯਮ ਹੈ, ਕੁਦਰਤ ਕਿਸੇ ਚੀਜ਼ ਨੂੰ ਖਾਲੀ ਨਹੀਂ ਛੱਡਦੀ। ਜਿੱਥੋਂ ਅਸੀਂ ਇੱਕ ਚੀਜ਼ ਹਟਾਉਂਦੇ ਹਾਂ, ਦੂਜੀ ਚੀਜ਼ ਕੁਦਰਤ ਭੇਜ ਦਿੰਦੀ ਹੈ। ਮੰਨ ਲਓ ਤੁਹਾਡੇ ਕੋਲ ਇੱਕ ਗਿਲਾਸ ਪਾਣੀ ਦਾ ਭਰਿਆ ਹੋਇਆ ਹੈ ਤੇ ਤੁਸੀਂ ਉਸ ਗਿਲਾਸ ਨੂੰ ਚੁੱਕ ਕੇ ਮੁੱਧਾ ਕਰਕੇ ਡੋਲ ਦਿੱਤਾ, ਗਿਲਾਸ ਖਾਲੀ ਹੋ ਗਿਆ ਜੀ। ਅਸੀਂ ਗਿਲਾਸ ਨੂੰ ਖਾਲੀ ਕੀਤਾ, ਪਰ ਕੁਦਰਤ ਨੇ ਨਾਲ ਦੇ ਨਾਲ ਉਸ ਗਿਲਾਸ ਨੂੰ ਹਵਾ ਦੇ ਨਾਲ ਭਰ ਦਿੱਤਾ। ਜੇ ਉਸ ਗਿਲਾਸ ਵਿੱਚ ਹਵਾ ਨਾ ਹੋਏ, ਚਿਪਕ ਜਾਏਗਾ, ਨਾਲ ਦੇ ਨਾਲ ਹਵਾ ਆ ਜਾਏਗੀ। ਤੁਸੀਂ ਆਪਣੀ ਜ਼ਿੰਦਗੀ ਚੋਂ ਖੁਸ਼ੀ ਨੂੰ ਕੱਢਿਆ, ਚਿੰਤਾ ਲਿਆਉਣ ਦੀ ਲੋੜ ਨਹੀਂ, ਚਿੰਤਾ ਆਪੇ ਆ ਜਾਏਗੀ। ਸੱਚ ਨੂੰ ਆਪਣੇ ਮਨ ਚੋਂ ਕੱਢ ਦਿਓ, ਝੂਠ ਆਪੇ ਆ ਜਾਏਗਾ। ਪ੍ਰੇਮ ਨੂੰ ਕੱਢ ਦਿਓ, ਈਰਖਾ ਦੇ ਨਾਲ ਆਪੇ ਭਰੇ ਜਾਓਗੇ। ਨਿਮਰਤਾ ਨੂੰ ਕੱਢ ਦਿਓ, ਹੰਕਾਰ ਆਪੇ ਆ ਜਾਏਗਾ। ਐਨ ਢੇਰਾਂ ਦੇ ਢੇਰ ਆ ਜਾਣਗੇ। ਹੁਣ ਕੀ ਰੱਖਣਾ ਚਾਹੁੰਦੇ ਹੋ, ਖੁਸ਼ੀ ਜਾਂ ਗਮੀ, ਸੁੱਖ ਜਾਂ ਦੁੱਖ, ਈਰਖਾ ਜਾਂ ਪ੍ਰੇਮ, ਸੱਚ ਜਾਂ ਝੂਠ, ਧਰਮ ਜਾਂ ਅਧਰਮ? ਚੋਇਸ ਹੈ ਤੁਹਾਡੀ, ਚੋਇਸ ਹੈ ਮੇਰੀ। ਤਾਂ ਵੇਖੇ ਵਿਗਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸਾਰ ਦਾ ਮਤਲਬ ਲੋਹਾ। ਜੇ ਤੇ ਭੁੱਜੇ ਛੋਲੇ ਮਿਲਣ, ਖਿੱਲਾਂ, ਖਿੱਲਾਂ ਦਾ ਨਾਂ ਲੈ ਕੇ ਚੱਬਣ ਤੇ ਜੀ ਕਰ ਗਿਆ ਨਾ, ਮਜ਼ਾ ਆਉਂਦਾ ਖਿੱਲਾਂ ਚੱਬ ਕੇ। ਤੇ ਜੇ ਕੋਈ ਕਵੇ ਵੀ ਤੁਹਾਨੂੰ ਲੋਹੇ ਦੇ ਚਣੇ ਦਿਆਂਗੇ ਚੱਬਣ ਲਈ, ਫਿਰ ਲੋਹੇ ਦੇ ਚਣੇ ਨਹੀਂ ਚੱਬੇ ਜਾਣੇ। ਜਿਵੇਂ ਲੋਹੇ ਦੇ ਚਣੇ ਚੱਬਣੇ ਇੰਪੋਸੀਬਲ ਹੈ, ਐਵੇਂ ਕਥਨਾ ਯਾਨੀ ਇਸ ਅਵਸਥਾ ਨੂੰ ਬਿਆਨ ਕਰਨਾ ਲੋਹੇ ਦੇ ਚਣੇ ਚਬਾਉਣ ਦੀ ਬਰਾਬਰ ਹੈ। ਲੋਹੇ ਦੀ ਤਰ੍ਹਾਂ ਕਰੜਾ ਹੈ, ਇੰਪੋਸੀਬਲ ਹੈ। ਇਹਨੂੰ ਮਾਣ ਸਕਦੇ ਹੋ, ਇਹਦਾ ਅੰਤ ਨਹੀਂ ਪਾ ਸਕਦੇ। ਕਹਿਣ ਦਾ ਮਤਲਬ ਇਹਦਾ ਅੰਤ ਨਹੀਂ ਪਾ ਸਕਦੇ। ਜਿੰਨਾ ਕੁ ਮੈਂ ਕਹਿ ਸਕਿਆ ਮੈਂ ਕਿਹਾ ਹੈ, ਪਰ ਇਹ ਐਂਡ ਨਹੀਂ ਹੈ।
ਕੋਈ ਦੂਜਾ ਵੀਰ ਤੁਹਾਡੇ ਵਿੱਚੋਂ ਮੇਰੇ ਨਾਲੋਂ ਸਾਰੇ ਸਿਆਣੇ ਭੈਣਾਂ ਤੇ ਵੀਰ ਬੈਠੇ ਹੋ, ਜੇ ਤੁਸੀਂ ਇਹਨੂੰ ਐਕਸਪਲੇਨ ਕਰੋਗੇ ਮੇਰੇ ਨਾਲੋਂ ਹੋਰ ਚੰਗਾ ਕਰੋਗੇ। ਕੋਈ ਤੁਹਾਡੇ ਤੋਂ ਪੜਿਆ ਆ ਜਾਏਗਾ ਹੋਰ ਚੰਗਾ ਐਕਸਪਲੇਨ ਕਰੇਗਾ। ਮੇਰੀਆਂ ਗੱਲਾਂ ਕੋਈ ਐਂਡ ਨਹੀਂ ਹਨ। ਇਹ ਤਾਂ ਕੀ ਯਤਨ ਹੈ ਨਿੱਕਾ ਜਿਹਾ। ਇਹ ਤਾਂ ਇਸ ਬ੍ਰਹਿਮੰਡ ਦੇ ਸਾਹਮਣੇ ਰੇਤ ਦੇ ਕਣਕੇ ਜਿੰਨਾ ਮੈਂ ਇੱਕ ਯਤਨ ਕਰ ਰਿਹਾ। ਰੇਤ ਦੇ ਕਣਕੇ ਜਿੰਨਾ ਵੀ ਮੈਂ ਜ਼ਿਆਦਾ ਕਹਿ ਰਿਹਾ ਤੇ ਟਰਾਈ ਹੈ, ਯਤਨ ਕਰ ਰਿਹਾ। ਇਹ ਐਂਡ ਨਹੀਂ ਹੈ। ਕੋਈ ਵੀ ਇਹਦਾ ਅੰਤ ਨਹੀਂ ਪਾ ਸਕਦਾ। ਜਿਵੇਂ ਲੋਹੇ ਦੇ ਚਣੇ ਨਹੀਂ ਨਾ ਚਬਾਏ ਜਾ ਸਕਦੇ, ਐਵੇਂ ਇਸ ਚੀਜ਼ ਦਾ, ਰੱਬ ਦੇ ਗੁਣਾਂ ਦਾ, ਰੱਬ ਦੇ ਗੁਣਾਂ ਤੋਂ ਉਪਜੀ ਖੁਸ਼ੀ ਦਾ, ਸਚਿਆਰ ਹੋਣ ਦੇ ਨਾਲ ਜਿਹੜੀ ਖੁਸ਼ੀ ਮਿਲਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨੀ ਵੱਡੀ ਮਹਾਨਤਾ, ਇੰਨਾ ਸੋਹਣਾ ਜੀਵਨ ਅਸੀਂ ਸਾਰੇ ਜੀ ਸਕਦੇ ਹਾਂ। ਸਾਡੇ ਅੰਦਰ ਪੋਸੀਬਿਲਿਟੀ ਹੈ, ਸਾਡੇ ਅੰਦਰ ਸੰਭਾਵਨਾਵਾਂ ਨੇ, ਸਾਡੇ ਅੰਦਰ ਉਹ ਛਿਪੀਆਂ ਹੋਈਆਂ ਤਾਕਤਾਂ ਨੇ, ਉਹਨਾਂ ਨੂੰ ਪ੍ਰਗਟ ਕਰਨਾ ਹੈ। ਸਿਰਫ ਸਾਨੂੰ ਇਹ ਪੜ੍ਹਾ ਦਿੱਤਾ ਗਿਆ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਅਸੀਂ ਆਪ ਵੀ ਮੰਨ ਬੈਠੇ ਹਾਂ ਸਾਡੇ ਵਾਸਤੇ ਤਾਂ ਕੁਝ ਨਹੀਂ। ਸਾਨੂੰ ਨਹੀਂ ਦੀ ਬਾਣੀ ਦੀ ਸਮਝ ਆਉਣੀ, ਆਮ ਬੰਦਾ ਥੋੜੀ ਸਮਝ ਸਕਦਾ। ਅਸੀਂ ਇਹ ਗੱਲਾਂ ਬਾਰ-ਬਾਰ ਕਹਿ ਕੇ ਦੂਰ ਚਲੇ ਗਏ ਹਾਂ। ਦੇਖੋ, ਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਇਹ ਨਹੀਂ ਕਰ ਸਕਦੇ। ਗੁਰੂ ਜੀ ਤਾਂ ਕਹਿ ਰਹੇ ਨੇ ਹੁਕਮ ਰਜ਼ਾਈ ਚੱਲਣਾ। ਜੇ ਚੱਲ ਹੀ ਨਾ ਸਕਦੇ ਹੁੰਦੇ ਤਾਂ ਗੁਰੂ ਜੀ ਨੇ ਕਹਿਣਾ ਹੀ ਕਿਉਂ ਸੀ। ਕਰ ਸਕਦੇ ਹੋ, ਖੁਸ਼ੀਆਂ ਮਾਣ ਸਕਦੇ ਹੋ। ਇੰਨੀਆਂ ਖੁਸ਼ੀਆਂ ਨੇ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨੇ ਗੁਣ ਨੇ ਤੁਹਾਡੇ ਅੰਦਰ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਾਣ ਸਕਦੇ ਹੋ ਪਰ ਅੰਤ ਨਹੀਂ ਪਾ ਸਕਦੇ। ਇੰਨਾ ਉੱਚਾ ਹੋ ਸਕਦੇ ਹੋ ਜਿਹਦਾ ਕੋਈ ਅੰਤ ਨਹੀਂ ਹੈ। ਤਾਂ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਬਾਣੀ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਕਿੰਨਾ ਕੁਛ ਨਵੇਂ-ਨਵੇਂ ਰਾਜ ਖੁੱਲਣਗੇ, ਕਿੰਨਾ ਕੁਛ ਅਸੀਂ ਗੁਰਮਤ ਤੋਂ ਉਲਟ ਕਰੀ ਜਾ ਰਹੇ ਹਾਂ। ਕਿੰਨੀਆਂ ਸਾਡੇ ਅੰਦਰ ਸਮਰੱਥਾਵਾਂ ਨੇ ਜਿਨ੍ਹਾਂ ਤੋਂ ਅਸੀਂ ਬੇਖਬਰ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਹਰ ਸਿੱਖ ਵੀਰ ਭੈਣ ਹਰ ਘਰ ਦੇ ਅੰਦਰ ਆਪ ਬਾਣੀ ਪੜ੍ਹੇ, ਗੁਰਬਾਣੀ ਨੂੰ ਵਿਚਾਰੇ। ਇਹਨਾਂ ਰਾਹਾਂ ਤੇ ਅਸੀਂ ਆਪ ਵੀ ਚੱਲੀਏ, ਇੱਕ ਦੂਜੇ ਦਾ ਅਸੀਂ ਸਹਿਯੋਗ ਵੀ ਕਰੀਏ, ਜਿਸ ਕਰਕੇ ਇਹ ਸਾਡਾ ਸੰਸਾਰ ਬੇਗਮ ਪੂਰਾ ਹੋ ਜਾਏ, ਖੁਸ਼ੀਆਂ ਵਾਲਾ ਹੋ ਜਾਏ। ਸਾਡਾ ਆਪਣਾ ਜੀਵਨ, ਸਾਡਾ ਪਰਿਵਾਰਕ ਜੀਵਨ, ਸਾਡਾ ਇਹ ਸਮਾਜ, ਸਾਡਾ ਇਹ ਸੰਸਾਰ ਸਵਰਗ ਬਣ ਜਾਏ। ਇਹ ਸਭ ਕੁਝ ਸਾਡੇ ਹੱਥ ਦੇ ਅੰਦਰ ਹੈ। ਜੇ ਅਸੀਂ ਸਿਸਟਮ ਨੂੰ ਫੋਲੋ ਕਰੀਏ, ਜੇ ਅਸੀਂ ਹੁਕਮ ਰਜ਼ਾਈ ਚੱਲੀਏ, ਤਾਂ ਅਸੀਂ ਸਚਿਆਰ ਹੋ ਸਕਦੇ ਹਾਂ। ਮੈਂ ਇੰਨਾ ਕੁਝ ਕਹਿੰਦਾ ਇੱਥੇ ਹੀ ਖਿਮਾ ਦਾ ਜਾਚਕ ਹਾਂ। ਅੱਜ ਦੀ ਜੋ ਇਹ 37ਵੀਂ ਪੌੜੀ ਦੀ ਅਸਾਂ ਵਿਚਾਰ ਕੀਤੀ ਹੈ, ਇਸ ਪੌੜੀ ਦੇ ਅੰਦਰ ਜੇ ਆਪ ਕਿਸੇ ਵੀਰ ਭੈਣ ਦੇ ਸਵਾਲ ਹੋਣ ਤਾਂ ਸਵਾਲ ਵੀ ਕਰ ਸਕਦੇ ਹੋ, ਔਰ ਜੇ ਆਪ ਕੋਈ ਆਪਣਾ ਵਿਚਾਰ ਦੇਣਾ ਚਾਹੋ ਤਾਂ ਅਨਮਿਊਟ ਹੋ ਕੇ ਆਪਣਾ ਵਿਚਾਰ ਵੀ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ, ਹਮੇਸ਼ਾ ਦੀ ਤਰ੍ਹਾਂ ਜੀ। ਤੇ ਅੱਜ ਜਪਜੀ ਸਾਹਿਬ ਦੇ ਵਿੱਚ ਜਿਹੜੇ ਅਖੀਰਲੇ 2 ਖੰਡ ਸੀਗੇ, ਉਹਨਾਂ ਦੀ ਵਿਆਖਿਆ ਕੀਤੀ ਹੈ। ਤੇ ਉਹਨਾਂ ਦੇ ਵਿੱਚ ਕਰਮਖੰਡ ਤੇ ਆਪਣੇ ਸੱਚਖੰਡ, ਉਹਨਾਂ ਦੀ ਵਿਆਖਿਆ ਕੀਤੀ। ਪਹਿਲੇ ਜਿਹੜੇ 3 ਖੰਡ ਸੀਗੇ ਉਹਨਾਂ ਦੇ ਪਹਿਲਾਂ ਆਪਾਂ ਸੁਣ ਲਏ ਆ, ਵਿਚਾਰਧਾਰਾ ਸਾਰੀ ਜਿੰਨੀ ਸੀਗੀ। ਤੇ ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਨੂੰ ਕੋਈ ਕਲੀਅਰ ਨਹੀਂ ਗੱਲ ਹੋਈ ਤਾਂ ਅੱਜ ਤੁਸੀਂ ਕਰ ਸਕਦੇ ਹੋ। ਅੱਜ ਦੇ ਵਿੱਚੋਂ ਵੀ ਕਰ ਸਕਦੇ, ਪਹਿਲਿਆਂ ਦੇ ਵਿੱਚੋਂ ਵੀ। ਤੇ ਇਹਨਾਂ ਦੇ ਵਿੱਚੋਂ ਨਵੇਂ ਤਰੀਕੇ ਦੇ ਨਾਲ ਇੱਕ ਤਰ੍ਹਾਂ ਸਾਨੂੰ ਸੋਚਣ ਨੂੰ ਮਿਲਦਾ। ਤੇ ਜਿੱਦਾਂ ਗਿਆਨੀ ਜੀ ਨੇ ਕਲੀਅਰ ਕਰ ਹੀ ਦਿੱਤਾ ਹੈ ਸੱਚਖੰਡ ਬਾਰੇ। ਤੇ ਬਾਕੀ ਹੋ ਸਕਦਾ ਕਿਸੇ ਦੇ ਵਿਚਾਰ ਇਹਦੇ ਨਾਲ ਸਹਿਮਤ ਨਾ ਵੀ ਹੋਣ, ਕੋਈ ਗੱਲ ਨਹੀਂ ਜੀ, ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ। ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਜਿਨ੍ਹਾਂ ਨੇ ਵੀ ਅੱਜ ਦੀ ਵਿਚਾਰਧਾਰਾ ਦੇ ਨਾਲ ਕੋਈ ਗਾਹਾਂ ਆਪਣੇ ਵਿਊਜ਼ ਰੱਖਣੇ ਹੋ ਤਾਂ ਉਹ ਅਨਮਿਊਟ ਹੋ ਜਾਓ ਜੀ, ਤੇ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ। ਤੁਸੀਂ ਆਪਣੇ ਸਵਾਲ ਪੁੱਛ ਸਕਦੇ ਆ। ਨਰਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਹੁਣ ਮੁੜ ਕੇ ਮਿਊਟ ਹੋ ਗਏ ਜੀ। ਜੇ ਤੁਸੀਂ ਕੋਈ ਗੱਲ ਕਰਨੀ ਆ ਤਾਂ ਤੁਸੀਂ ਅਨਮਿਊਟ ਹੋਗਾ। ਨਰਿੰਦਰ ਸਿੰਘ ਆਪਣੇ USA ਵਾਲੇ ਉਹ ਹੋਏ ਸੀਗੇ ਜੀ। ਤੇ ਹੋਰ ਵੀ ਕਿਸੇ ਨੇ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਪਲੀਜ਼ ਤੁਸੀਂ ਆਪਣੇ ਅਨਮਿਊਟ ਹੋ ਜਾਓ ਤਾਂ ਕਿ ਅਸੀਂ ਗਾਹਾਂ ਗੱਲ ਵਧਾ ਸਕੀਏ। ਤੇ ਜੇ ਨਹੀਂ ਤਾਂ ਕੋਈ ਗੱਲ ਨਹੀਂ ਜੀ, ਤੁਹਾਡੇ ਆਪਣੇ, ਇਹਦਾ ਮਤਲਬ ਤੁਸੀਂ ਸਹਿਮਤੀ ਪ੍ਰਗਟ ਕਰਦੇ ਸਾਰੇ ਤਰ੍ਹਾਂ। ਤੇ ਜੇ ਇੱਦਾਂ ਹੀ ਆ ਤਾਂ ਫਿਰ ਇੱਦਾਂ ਕਰਦੇ ਜੀ ਆਪਾਂ। ਮੈਂ ਹੈਗੀ ਆ ਜੀ, ਮੈਨੂੰ ਵੀ ਦੇਖੋ। ਠੀਕ ਹੈ ਜੀ, ਸੌਰੀ ਤੁਹਾਡਾ ਆਇਆ ਨਹੀਂ ਸੀਗਾ, ਸੌਰੀ ਜੀ। ਹਾਂਜੀ, ਕਰੋ ਗੱਲ। ਗਿਆਨੀ ਜੀ। ਹਾਂ ਭੈਣ। ਜਿਹੜਾ ਲੋ ਆ, LO ਐੜਾ,
ਹਾਂਜੀ ਇਹ ਕਈ ਜਗ੍ਹਾ ਤੇ ਇਹਨੂੰ ਲੋਕ ਕੀਤਾ, ਕਈ ਜਗ੍ਹਾ ਤੇ ਇਹਨਾਂ ਨੂੰ ਭਵਨ ਕੀਤਾ। ਹਾਂਜੀ, ਉਹ ਭਵਨ ਤੇ ਲੋਕ ਇੱਕ ਹੀ ਚੀਜ਼ ਹੈ, ਕੋਈ ਭਵਨ ਕਹਿ ਦਿੰਦਾ, ਕੋਈ ਲੋਕ ਹੈ। ਇੱਕੋ ਹੀ ਚੀਜ਼ ਹੈ। ਹਾਂਜੀ ਅੱਛਾ, ਠੀਕ ਹੈ। ਤੇ ਇਹ ਫਿਰ 5 ਖੰਡਾਂ ਚ ਖੰਡਾਂ ਦੇ ਵਿੱਚ ਵੰਡ ਕੇ ਸਾਨੂੰ ਦੱਸਿਆ। ਹਾਂਜੀ ਠੀਕ ਹੈ, ਇਹ 5 ਅਵਸਥਾ ਸਾਡੀਆਂ ਹੈਗੀਆਂ। ਹਾਂਜੀ 5 ਪੌੜੀਆਂ ਰਾਹੀਂ ਉਹਨਾਂ ਨੂੰ ਖੰਡ ਕਹਿ ਲਓ ਜਾਂ ਪੌੜੀਆਂ ਤੇ ਅਵਸਥਾ ਚੜ੍ਹਨਾ। ਕਹਿ ਲਓ। ਹਾਂਜੀ 5 ਹਾਂਜੀ ਪੌੜੀਆਂ ਚੜ੍ਹਨਾ। ਅੱਛਾ, ਉਹ ਠੀਕ ਹੈ। ਜਿਵੇਂ ਪੌੜੀ ਦਰ ਪੌੜੀ ਵਿਚਾਰ ਕਰ ਰਹੇ ਨੇ, ਪੌੜੀ ਦਾ ਤਾਂ ਧਰਮ ਖੰਡ ਯਾਨੀ ਇੱਕ ਉਹ ਨੇ ਜਿਹੜੇ ਧਰਮ ਕੁਮਾਰੇ ਨੇ। ਤਾਂ ਜੇ ਹਾਂ। ਤੁਸੀਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦੇ ਹੋ ਤਾਂ ਤੁਸੀਂ ਸਚਿਆਰ ਹੋ ਸਕਦੇ ਹੋ। ਜੇ ਅੱਗੇ ਹੈ ਗਿਆਨ ਖੰਡ, ਜੇ ਤੁਸੀਂ ਸੱਚ ਵਾਸਤੇ ਗਿਆਨ ਨੂੰ ਪ੍ਰਯੋਗ ਕਰਦੇ ਹੋ ਤਾਂ ਤੁਸੀਂ ਸਚਿਆਰ ਹੋ ਸਕਦੇ ਹੋ। ਤੀਜਾ ਹੈਗਾ ਮਿਹਨਤ ਬੰਦਾ ਕਰਦਾ ਹੈ, ਪਰ ਜੇ ਸੱਚ ਵਾਸਤੇ ਮਿਹਨਤ ਕਰਦੇ ਹੋ, ਸੱਚ ਨੂੰ ਬੇਸ ਬਣਾ ਕੇ, ਤਾਂ ਤੁਸੀਂ ਸਚਿਆਰ ਹੋ ਸਕਦੇ ਹੋ। ਜੇ ਕਿਰਪਾ ਦੀ ਗੱਲ ਹੈ ਤਾਂ ਕਿਰਪਾ ਜੇ ਤੁਸੀਂ ਪਾਣੀ ਹੈ ਤਾਂ ਸੱਚ ਦੇ ਰਾਹਾਂ ਤੇ ਚੱਲੋਗੇ ਤਾਂ ਤੁਹਾਨੂੰ ਉਹ ਪ੍ਰਾਪਤੀ ਹੋ ਜਾਏਗੀ। ਔਰ ਸੱਚ ਦੀ ਗੱਲ ਹੈਗੀ ਤਾਂ ਜੇ ਸੱਚ ਦੇ ਉੱਤੇ ਚੱਲੋਗੇ ਤਾਂ ਮੇਨ ਹੈਗਾ ਸਚਿਆਰ ਹੋਣ ਦੀ ਗੱਲ, ਹੁਕਮ ਰਜ਼ਾਈ ਚੱਲਣਾ। ਠੀਕ, ਫਿਰ ਥੈਂਕ ਯੂ। ਕਿਸੇ ਵੀ ਜਿਹੜਾ ਵੀ ਤੁਹਾਡਾ ਸਾਧਨ ਹੈ ਉਹਦਾ ਬੇਸ ਜਿਹੜਾ ਉਹ ਸੱਚ ਹੋਣਾ ਚਾਹੀਦਾ। ਹੁਕਮ ਦੇ ਵਿੱਚ ਤੁਰਨਾ ਉਹ ਮਤਲਬ ਹਰ ਪੌੜੀ ਦੇ ਉੱਤੇ ਲੱਗਦਾ। ਯਾਨੀ ਜੀ ਲੋ ਵਰਡ ਹੈ ਲੱਲੇ ਨੂੰ ਹੋੜਾ ਐੜਾ, ਇਹ ਪੰਜਾਬੀ ਦਾ ਵਰਡ ਹੈ ਕਿ ਕਿਸੇ ਹੋਰ ਭਾਸ਼ਾ ਦਾ ਵਰਡ ਹੈ? ਪੰਜਾਬੀ ਦੇ ਪੰਜਾਬੀ ਦਾ। ਲੋਕ, ਜਿਵੇਂ ਅਸੀਂ ਕਹਿੰਦੇ ਨਾ ਲੋਕ ਤੋਂ ਇੱਥੇ ਲੋ ਬਣ ਗਿਆ, ਹਿੰਦੀ ਵਿੱਚ ਲੋਕ ਕਹਿੰਦੇ ਨੇ, ਪੰਜਾਬੀ ਵਿੱਚ ਲੋਕ। ਲੋ ਵੈਸੇ ਚਾਨਣੇ ਨੂੰ ਹੀ ਕਹਿੰਦੇ ਨੇ, ਤੇ ਲੋ ਦਾ ਮਤਲਬ ਲੋਕ ਵੀ ਹੈ। ਲੋਕ ਤੋਂ ਹਿੰਦੀ ਵਿੱਚ ਲੋ ਹੈਗਾ ਤੇ ਪੰਜਾਬੀ ਵਿੱਚ ਲੋ ਹੈ। ਹਾਂ ਠੀਕ ਹੈ, ਠੀਕ ਹੈ, ਓਕੇ, ਥੈਂਕ ਯੂ। ਧੰਨਵਾਦ ਜੀ ਕੁਲਦੀਪ ਕੌਰ ਜੀ, ਧੰਨਵਾਦ। ਤੇ ਸਾਡੇ ਨਾਲ ਅਵਤਾਰ ਸਿੰਘ ਜੀ, ਤੁਸੀਂ ਵੀ ਗੱਲ ਕਰਨੀ, ਮੈਂ ਤੁਹਾਡੇ ਕੋਲ 1 ਸਕਿੰਟ ਲਿਆਉਣਾ, ਤੇ ਉਹਦੇ ਬਾਅਦ ਚ ਅਰਵਿੰਦਰ ਸਿੰਘ ਨੈਂਤਰਾ। ਸੋ ਪਹਿਲਾਂ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਜਿਹੜਾ ਮਹਾਰਾਜ ਦੀ ਬੀੜ ਨੂੰ ਲੈ ਕੇ ਜਾਂਦੇ ਜੀ ਅੰਦਰ ਜੇ ਰੱਖਦੇ ਆ, ਕਹਿੰਦੇ ਜੀ ਇਹ ਸੱਚਖੰਡ ਆ, ਪਰ ਜਿਨ੍ਹਾਂ ਨੇ ਪਾਏ ਅੰਮ੍ਰਿਤ ਛਕਿਆ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦਾ ਜ਼ਿਆਦੇ ਉੱਥੇ ਜਾਣਾ ਹੈਗਾ, ਜਾ ਸਕਦੇ ਜ਼ਿਆਦੇ। ਜਿਹਨਾਂ ਨੇ ਸਾਡੇ ਵਾਂਗ ਕੇਸ ਕਟਾਏ ਉਹਨਾਂ ਨੂੰ ਨਹੀਂ ਕੋਈ ਇੰਨੀ ਪ੍ਰੈਫਰੈਂਸ ਜਾਣੀ, ਜਾਂ ਠੀਕ ਨਹੀਂ ਸਮਝਦੇ। ਨਹੀਂ ਵੀਰ ਜੀ, ਇਸ ਤਰ੍ਹਾਂ ਤਾਂ ਨਹੀਂ ਕਿ ਕੇਸ ਕੱਟੇ ਵਾਲੇ ਨੂੰ ਨਾ ਜਾਣ ਦਿੰਦੇ। ਹੁਣ ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਜੇ ਕਿਤੇ ਐਸਾ ਕੀਤਾ ਜਾਂਦਾ ਤਾਂ ਫਿਰ ਉਹ ਗਲਤ ਹੈਗਾ, ਕੋਈ ਵੀ ਜਾ ਸਕਦਾ। ਤੇ ਸੱਚਖੰਡ ਉਹਦਾ ਨਾਮ ਅਸੀਂ ਆਪ ਰੱਖ ਲਿਆ, ਪਰ ਇੱਥੇ ਜੋ ਸੱਚਖੰਡ ਦੀ ਗੱਲ ਅਸੀਂ ਕੀਤੀ ਉਹ ਤੁਸੀਂ ਸਾਰੇ ਸਮਝ ਹੀ ਗਏ। ਤੇ ਜੇ ਅਸੀਂ ਉਹਦਾ ਨਾਮ ਸੱਚਖੰਡ ਰੱਖ ਲਿਆ ਤੇ ਉਹ ਕੋਈ ਨਾਮ ਰੱਖਣ ਵਾਲੀ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਉੱਥੇ ਜਿਹੜਾ ਕੇਸ ਕੱਟਿਆ ਵਾਲਾ ਬੰਦਾ ਉਹ ਵੀ ਜਾ ਕੇ ਮੱਥਾ ਟੇਕ ਸਕਦਾ, ਜਾ ਸਕਦਾ ਅੰਦਰ, ਐਸੀ ਕੋਈ ਪ੍ਰੋਬਲਮ। ਜੇ ਕੋਈ ਕਰਦਾ ਤੇ ਫਿਰ ਉਹ ਗਲਤ ਹੈ, ਮਤਲਬ ਐਸਾ। ਠੀਕ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਅਰਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ। ਹਾਂਜੀ ਭਾਜੀ ਅਵਤਾਰ ਸਿੰਘ ਉਹਨਾਂ ਨੇ ਕਹਿ ਹੀ ਦਿੱਤਾ ਉਹੀ ਗੱਲ। ਅੱਛਾ, ਮੈਂ ਵੀ ਕਹਿਣਾ ਸੀ ਗਿਆਨੀ ਜੀ ਕਿ ਸੱਚਖੰਡ ਦਾ ਤਾਂ ਹੁਣ ਸਾਨੂੰ ਪਤਾ ਲੱਗਾ, ਚੰਗੀ ਤਰ੍ਹਾਂ ਤੁਸੀਂ ਐਕਸਪਲੇਨ ਕਰ ਦਿੱਤਾ। ਦੂਸਰਾ ਜਿਹੜਾ ਗੁਰਦੁਆਰੇ ਕੀ ਦਫਾ ਰੱਖਿਆ ਹੁੰਦਾ ਨਾ ਨਾਂ, ਅੰਮ੍ਰਿਤਸਰ ਵੀ ਮੇਰਾ ਖਿਆਲ ਹੈ ਸੱਚਖੰਡ, ਤੇ ਇਹਦਾ ਮਤਲਬ ਇਹੋ ਹੀ ਕਹਿ ਸਕਦੇ ਕਿ ਨਾਂ ਹੀ ਆ ਰੱਖਿਆ, ਬਸ ਇਹੋ ਹੀ ਇਹਦਾ ਮਤਲਬ। ਹਾਂਜੀ, ਨਾਮ ਨਾਲੇ ਨਾ ਦੂਜੀ ਗੱਲ ਹੈ ਵੀ ਉੱਥੇ ਸੱਚਖੰਡ ਅਸੀਂ ਇਸ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸੱਚ ਦਾ ਖਜ਼ਾਨਾ ਹੈ। ਹਾਂ, ਅੱਛਾ। ਤੇ ਉਹ ਜਗ੍ਹਾ ਵੀ ਉੱਥੇ, ਕਿਉਂਕਿ ਉੱਥੇ ਸੱਚ ਦੀ ਗੱਲ ਹੈਗੀ ਹੈ, ਤਾਂ ਇਸ ਕਰਕੇ ਨਾਮ ਅਸੀਂ ਰੱਖਿਆ। ਤਾਂ ਉਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਪਰ ਅਸਲੀ ਜੋ ਗੁਰਬਾਣੀ ਦੇ ਅੰਦਰ ਜੋ ਸੱਚਖੰਡ ਹੈ ਉਹਨੂੰ ਅਸੀਂ ਸਮਝ ਲਿਆ ਵੀ ਜਿੱਥੇ ਅਸੀਂ ਕਹਿੰਦੇ ਹਾਂ ਵੀ ਰੱਬ ਵੱਖਰਾ ਵਸਦਾ ਉੱਤੇ, ਸੱਚਖੰਡ ਉਹ ਨਹੀਂ ਹੈ। ਦੇਖੋ, ਖੰਡ ਅਸੀਂ ਕਿੰਨੇ ਸਾਰੇ ਵੀਰ ਭੈਣਾਂ ਬੈਠੇ ਆ, ਸਾਡੇ ਇਕੱਲੇ ਇਕੱਲੇ ਸਰੀਰ ਨੇ, ਤੇ ਜ਼ਰੂਰੀ ਨਹੀਂ ਕਿ ਸਾਰੇ ਸੱਚਖੰਡ ਹੋਣ। ਹੁਣ ਸਾਡੇ ਵਿੱਚ ਉਹ ਸੱਚਖੰਡ ਉਸ ਮਨੁੱਖ ਦੀ ਮੈਂਟੈਲਿਟੀ ਹੈ ਜਿਹੜਾ ਮਨ ਬਚਨ ਕਰਮ ਕਰਕੇ ਸੱਚਾ ਹੈ, ਇੱਥੇ ਉਹਦੀ ਗੱਲ ਕਹਿ ਦੀ ਜਾਂਦੀ। ਔਰ ਜਿਹੜਾ ਬੰਦਾ ਮਾਨਸਿਕਤਾ ਕਰਕੇ ਸੱਚਾ ਹੈ ਨਾ, ਉਹਦੀ ਇਹ ਨਿਸ਼ਾਨੀ ਹੈ ਵੀ ਸੱਚਖੰਡ, ਵੀ ਜਿਹੜਾ ਇਹ ਸੱਚ ਵਾਲੀ ਅਵਸਥਾ ਵਿੱਚ ਹੈ, ਵਸੈ ਨਿਰੰਕਾਰ ਦਾ ਮਤਲਬ ਉਹਨੂੰ 4 ਚੁਫੇਰੇ ਪ੍ਰਭੂ ਵਸਦਾ ਹੋਇਆ ਨਜ਼ਰੀ ਪੈਂਦਾ। ਉਹਨੂੰ ਇਹ ਨਹੀਂ ਕਿ ਇਹ ਮੋਨਾ ਹੈ ਤੇ ਇਹਦੇ ਵਿੱਚ ਰੱਬ ਨਹੀਂ, ਤੇ ਵਾਲਾਂ ਵਾਲਾ ਤੇ ਇਹਦੇ ਵਿੱਚ ਰੱਬ ਹੈ, ਜਾਂ ਦੂਜਾ, ਜਾਂ ਉਹਦੇ ਵਿੱਚ ਇਹ ਵਿਤਕਰੇ ਨਹੀਂ ਹੈਗੇ। ਉਹਨੂੰ ਸਾਰਿਆਂ ਦੇ ਅੰਦਰ ਰੱਬ ਵਸਦਾ ਹੋਇਆ ਨਜ਼ਰੀ ਪੈਂਦਾ। ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ। ਉਹਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਇਹਦੇ ਅੰਦਰ ਰੱਬੀ ਗੁਣ ਸਾਰੇ ਹੈ ਨੇ, ਉਹ ਗੱਲ ਵੱਖਰੀ ਵੀ ਵਰਤ ਨਹੀਂ ਰਿਹਾ। ਠੀਕ ਹੈ ਨਾ? ਠੀਕ ਹੈ ਜੀ। ਮੇਰਾ ਖਿਆਲ ਜੀ ਸਾਰਿਆਂ ਦੀ ਸਮਝ ਦੇ ਵਿੱਚ ਆ ਗਈ, ਬਹੁਤ ਕਲੀਅਰਲੀ ਗੱਲ ਤੁਸੀਂ ਕਰ ਦਿੱਤੀ ਹੈ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ। ਸੋ ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਤੇ ਅੱਜ ਸ਼ਨੀਚਰਵਾਰ ਹੈ ਜੀ, ਸ਼ਨੀਚਰਵਾਰ ਅੱਜ ਦੇ ਵੀਕ ਦੀ ਲਾਸਟ ਕਥਾ ਹੈ ਜੀ। ਕੱਲ ਨੂੰ ਛੁੱਟੀ ਹੈ ਐਤਵਾਰ, ਤੇ ਸੋਮਵਾਰ ਨੂੰ 2 ਵਜੇ ਅਸੀਂ ਇਸੇ ਪਲੇਟਫਾਰਮ ਉੱਤੇ ਮੁੜ ਕੇ ਫੇਰ ਆਵਾਂਗੇ ਜੀ।
ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਤੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।